ਆਪਾਂ ਆਪਣੇ ਮਾਂ ਪਿਓ ਨਾਲ ਲੜਾਈ ਕਰਦੇ ਹਾਂ, ਆਪਾਂ ਆਪਣੇ ਬੱਚਿਆਂ ਨਾਲ ਲੜਾਈ ਕਰਦੇ ਹਾਂ, ਹਸਬੈਂਡ ਨਾਲ, ਭੈਣਾਂ ਨਾਲ, ਭਰਾਵਾਂ ਨਾਲ, ਪਰ ਆਪਣੇ ਦੋਸਤਾਂ ਨਾਲ ਬਹੁਤ ਵਧੀਆ, ਆਪਣੇ ਜਿਹੜੇ ਕੰਮ ਕਰਨ ਵਾਲੇ ਉਹਨਾਂ ਨਾਲ ਬਹੁਤ ਵਧੀਆ ਹੈਗੇ ਆ, ਚੰਗੇ ਬਣ ਜਾਂਦੇ ਆ। ਜੇ ਅੱਜ ਕੋਈ ਆਦਮੀ ਕਵੇ ਮੈਂ ਤਾਂ ਜੀ ਤੇਰਾ ਮਦਦ ਨਹੀਂ ਕਰਨੀ, ਤੇਰਾ ਕੰਮ ਹੈ ਰੋਟੀ ਪਕਾਉਣਾ, ਤੇਰਾ ਕੰਮ ਹੈ ਫਲਾਨੀ ਚੀਜ਼ ਕਰਨਾ, ਤਾਂ ਆਪਣੀ ਤਾਂ ਲੜਾਈ ਹੋ ਜਾਏਗੀ ਦੂਜੇ ਦਿਨ, ਆਪਣਾ ਤਾਂ ਡਿਵੋਰਸ ਤੇ ਪਹੁੰਚੇਗੀ ਗੱਲ। ਜੇ ਤੁਸੀਂ ਪੁੱਛਿਆ ਜਾਵੇ ਇਸ ਵੇਲੇ ਤੁਹਾਨੂੰ ਕੋਈ ਦੁੱਖ ਹੈ, ਬੰਦਾ ਕਹੇਗਾ ਮੈਨੂੰ ਕੋਈ ਦੁੱਖ ਨਹੀਂ। ਦੁੱਖ ਤਾਂ ਉਹ ਸੀਗਾ ਕਿ ਮੈਨੂੰ ਯਾਦ ਆ ਰਿਹਾ ਸੀਗਾ ਕਿ ਉਹਨੇ ਮੈਨੂੰ ਕਿਦਾਂ ਦੁਖੀ ਕੀਤਾ ਸੀ। ਇਹੀ ਆਪਣੇ ਆਪ ਦੇ ਵਿੱਚ ਬੜੀ ਖੂਬਸੂਰਤ ਨਿਆਮਤ ਹੈ ਕਿ ਤੁਹਾਨੂੰ ਸਾਹ ਆ ਰਿਹਾ ਹੈ। Every morning I wake up every morning and say, thank God I'm alive today. I don't know how many people died before me this night. ਕਿਸੇ ਵੇਲੇ ਗੁੱਸਾ ਆਉਣ ਲੱਗ ਜਾਂਦਾ, ਫਰਸਟ੍ਰੇਸ਼ਨ ਹੋਣ ਲੱਗ ਜਾਂਦੀ। ਤੁਸੀਂ ਕਿਹਾ ਕਿ ਤੁਹਾਡੇ ਕੋਲ ਹੈ ਕੰਟਰੋਲ, ਤੁਹਾਡੇ ਮਨ ਦੇ ਕੰਟਰੋਲ ਹੈ। ਕੀ ਕਰੀਏ ਜਦੋਂ ਉਹ ਇਮੋਸ਼ਨਸ ਇੰਨੇ ਹਾਵੀ ਹੋ ਗਏ ਤੇ ਅਸੀਂ ਕੰਟਰੋਲ ਕਿੱਥੋਂ ਲੈ ਕੇ ਆਈਏ? ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਮਾਈਂਡਫੁਲਨੈਸ ਨੂੰ ਲੈ ਕੇ ਗੱਲਬਾਤ ਕਰਨੀ ਹੈ। ਇੱਕ ਤਾਂ ਸਾਡੀ ਮੈਂਟਲ ਵੈਲਬੀਇੰਗ ਕਿੰਨੀ ਜ਼ਰੂਰੀ ਹੈ ਮਾਨਸਿਕ ਸਿਹਤ ਦੇ ਵਿੱਚ। ਜਦੋਂ ਕਿਤੇ ਨਾ ਕਿਤੇ ਕੁਝ ਪਰੇਸ਼ਾਨੀਆਂ ਦੇ ਕਰਕੇ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਹੁਣ ਢਿੱਲੇ ਜਿਹੇ ਹੁੰਦੇ ਆ, ਤਾਂ ਫਿਰ ਕੀ ਕਰੀਏ? ਅਸੀਂ ਆਪਣੇ ਮਨ ਨੂੰ ਕਿਵੇਂ ਸਮਝਾਈਏ? ਇਹ ਸਭ ਕਾਸੇ ਦੇ ਬਾਰੇ ਜਾਣਕਾਰੀ ਵੀ ਦੇਣਗੇ ਅਤੇ ਸਾਨੂੰ ਕੁਝ ਗਾਈਡੈਂਸ ਵੀ ਦੇਣਗੇ ਡਾਕਟਰ ਪਰਮਿੰਦਰ ਸੰਧੂ ਅੱਜ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ। ਮੈਂ ਦੱਸ ਦਿਆਂ ਕਿ 40 ਸਾਲਾਂ ਤੋਂ ਉੱਪਰ ਦਾ ਸਮਾਂ ਇਹਨਾਂ ਨੇ ਫੈਮਿਲੀ ਪ੍ਰੈਕਟਿਸ ਨੂੰ ਦਿੱਤਾ, ਫਿਜ਼ੀਸ਼ੀਅਨ ਦੇ ਤੌਰ 'ਤੇ ਆਪਣੀਆਂ ਸੇਵਾਵਾਂ ਦਿੱਤੀਆਂ ਨੇ। ਹੁਣ ਉਹ ਰਿਟਾਇਰਡ ਨੇ ਅਤੇ ਇਹ ਬਹੁਤ ਅੱਛੇ ਤਰੀਕੇ ਨਾਲ ਮਾਈਂਡਫੁਲਨੈਸ ਦੀ ਐਜੂਕੇਸ਼ਨ ਜਿਹੜੀ ਹੈ ਉਹ ਦੇਣ ਵਾਸਤੇ ਤਿਆਰ ਨੇ। ਡਾਕਟਰ ਸੰਧੂ ਵੈਲਕਮ, ਗੁੱਡ ਆਫਟਰਨੂਨ। ਥੈਂਕ ਯੂ ਵੈਰੀ ਮਚ ਗੁਰਪ੍ਰੀਤ, ਥੈਂਕ ਯੂ ਕਿ ਤੁਸੀਂ ਮੈਨੂੰ ਮੌਕਾ ਦਿੱਤਾ ਅੱਜ ਇੱਥੇ ਕੈਲਗਰੀ ਆਉਣ ਦਾ। ਅਤੇ ਮੈਂ ਇੱਕ ਬਹੁਤ ਹੀ ਸੋਹਣੀ ਪੇਸ਼ਕਸ਼ ਆਪਣੇ ਤੁਹਾਡੇ ਸਰੋਤਿਆਂ ਵਾਸਤੇ ਲੈ ਕੇ ਆਈ ਹਾਂ। ਜਿਵੇਂ ਕਿ ਤੁਸੀਂ ਦੱਸਿਆ ਹੈ ਕਿ ਮੈਂ 40 ਸਾਲਾਂ ਦੀ ਫੈਮਿਲੀ ਪ੍ਰੈਕਟਿਸ ਤੋਂ ਬਾਅਦ ਹੁਣ ਹਾਲ ਵਿੱਚ ਹੀ ਰਿਟਾਇਰਮੈਂਟ ਲਿੱਤੀ ਹੈ ਅਤੇ ਮੈਂ ਐਕਚੁਅਲੀ ਵਿਕਟੋਰੀਆ ਰਹਿੰਦੀ ਹਾਂ, ਪਰ ਮੇਰਾ ਦਿਲ ਹਮੇਸ਼ਾ ਹੀ ਕੈਲਗਰੀ ਵੱਲ ਹੁੰਦਾ ਹੈ। ਅਤੇ ਮੈਂ ਮੇਰੇ ਜਿਹੜੇ 40 ਸਾਲ ਬੀਤੇ ਨੇ, ਜਿਹੜਾ ਸਫ਼ਰ ਨਿਕਲਿਆ ਹੈਗਾ ਮੇਰੀ ਲਾਈਫ ਦਾ, ਇਹਦੇ 'ਚ ਮੈਂ ਕਾਫੀ ਸਾਰੇ ਲੈਸਨ ਸਿੱਖੇ ਨੇ। ਬਹੁਤ ਅਰਥਪੂਰਨ ਅਤੇ ਬਹੁਤ ਹੀ ਡੂੰਘਾ ਸਫ਼ਰ ਸੀ। ਸਭ ਤੋਂ ਵਨ ਆਫ ਦਾ ਮੋਸਟ ਇੰਪੋਰਟੈਂਟ ਲੈਸਨਸ ਜਿਹੜਾ ਮੈਨੂੰ ਇਹਦੇ 'ਚੋਂ ਮਿਲਿਆ ਹੈ ਉਹ ਹੈ ਕਿ ਜਿਹੜੀ ਆਪਣੀ ਮਾਨਸਿਕ ਸਿਹਤ ਹੈ, ਜਿਹੜੀ ਆਪਣੀ ਇਮੋਸ਼ਨਲ ਵੈਲਬੀਇੰਗ ਹੈ, ਉਸ ਤੋਂ ਵੱਡੀ ਵੈਲਬੀਇੰਗ ਹੋਰ ਕੋਈ ਹੋ ਨਹੀਂ ਸਕਦੀ। ਜੇ ਅਸੀਂ ਮਾਨਸਿਕ ਤੌਰ 'ਤੇ ਖੁਸ਼ ਹਾਂ, ਆਪਣੀ ਲਾਈਫ ਸੈਟਿਸਫੈਕਟਰੀ ਹੈ, ਤਾਂ ਆਪਾਂ ਆਪਣੀ ਹੀ ਖੁਸ਼ੀ, ਆਪਣੀ ਜਿਹੜੀ ਹੈਗੀ ਫਿਜ਼ੀਕਲ ਹੈਲਥ ਹੀ ਨਹੀਂ ਠੀਕ ਰੱਖਦੇ, ਆਪਾਂ ਆਪਣੇ ਆਲੇ ਦੁਆਲੇ ਖੁਸ਼ੀ ਵਰਤਦੇ ਹਾਂ। ਆਪਣੀਆਂ ਅਚੀਵਮੈਂਟਸ ਜ਼ਿਆਦਾ ਹੁੰਦੀਆਂ ਨੇ, ਆਪਣੇ ਫੈਮਿਲੀ ਦੀ, ਆਪਣੇ ਫਰੈਂਡਸ ਦੀ, ਆਪਣੇ ਕਮਿਊਨਿਟੀ ਦੀ, ਆਪਣੇ ਦੇਸ਼ ਦੀ ਤਰੱਕੀ ਆਪਣੀ ਮਾਨਸਿਕ ਵੈਲਬੀਇੰਗ 'ਤੇ ਡਿਪੈਂਡੈਂਟ ਹੈ। ਸੋ ਹਰ ਇੱਕ ਬੰਦੇ ਦੀ ਮਾਨਸਿਕ ਵੈਲਬੀਇੰਗ ਜਿਹੜੀ ਹੈ ਉਹ ਬਹੁਤ 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 ਮਹੱਤਵਪੂਰਨ ਹੈ। ਅਤੇ ਮੈਂ ਪਿਛਲੇ ਕੁਛ ਅਬਾਊਟ 5 ਸਾਲਾਂ ਤੋਂ 6 ਸਾਲਾਂ ਤੋਂ ਫੈਮਿਲੀ ਪ੍ਰੈਕਟਿਸ ਤੋਂ ਬਾਹਰ ਜਾ ਕੇ ਇਹ ਸਿੱਖਣ ਦੀ ਕੋਸ਼ਿਸ਼ ਕੀਤੀ ਹੈ। ਬਿਕੋਜ਼ ਫੈਮਿਲੀ ਪ੍ਰੈਕਟਿਸ, ਮੈਡੀਕਲ ਪ੍ਰੈਕਟਿਸ ਵਿੱਚ ਕਿੰਨੀ ਵਾਰੀ ਅਸੀਂ ਦਵਾਈਆਂ ਵੱਲ ਜ਼ਿਆਦਾ ਜੁੜ ਜਾਂਦੇ ਹਾਂ। ਕਿੰਨੀ ਵਾਰੀ ਅਸੀਂ ਉਹ ਵੀ ਕਹਿੰਦੇ ਕਿ ਸਾਡੇ ਕੋਲ ਟਾਈਮ ਨਹੀਂ ਹੈਗਾ ਕਾਉਂਸਲਿੰਗ ਕਰਨ ਦਾ ਜਾਂ ਬੰਦਿਆਂ ਦੀਆਂ ਗੱਲਾਂ ਸੁਣਨ ਦਾ। ਪਰ ਹੁਣ ਕਿਉਂਕਿ ਮੈਂ ਰਿਟਾਇਰ ਹੋ ਗਈ ਹਾਂ ਅਤੇ ਮੈਂ ਪਿਛਲੇ 5-6 ਸਾਲਾਂ ਤੋਂ ਮੇਰਾ ਬਹੁਤ ਹੀ ਰੁਝਵੇਂ ਤਰੀਕੇ ਨਾਲ ਮੈਂ ਸਿੱਖਿਆ ਹੈ ਕਿ ਮਾਈਂਡ ਹੈ ਕੀ, ਉਹ ਆਪਾਂ ਨੂੰ ਕਿੱਥੇ ਕਿੱਥੇ ਲੈ ਕੇ ਜਾਂਦਾ ਹੈ ਅਤੇ ਕਿੱਦਾਂ ਆਪਣੀਆਂ ਲਾਈਫ 'ਚ ਬਹੁਤ ਇੰਪੋਰਟੈਂਟ ਔਰਗਨ ਆਪਣੀ ਬਾਡੀ ਦਾ, ਅਤੇ ਆਪਾਂ ਨੂੰ ਬਹੁਤ ਤਰੱਕੀਆਂ ਕਰਵਾਉਂਦਾ ਹੈ, ਪਰ ਕਿੰਨੀ ਵਾਰੀ ਆਪਾਂ ਨੂੰ ਉਲਝਣਾਂ 'ਚ ਫਸਾ ਦਿੰਦਾ ਹੈ। ਅਤੇ ਉਹਨਾਂ ਉਲਝਣਾਂ 'ਚੋਂ ਨਿਕਲਣ ਵਾਸਤੇ, ਜਿਵੇਂ ਤੁਸੀਂ ਕਿਹਾ, ਆਪਾਂ ਨੂੰ ਕਿੰਨੀ ਵਾਰੀ ਕਿਸੇ ਬੰਦੇ ਦਾ ਬਸ ਥੋੜ੍ਹਾ ਜਿਹਾ ਸਹਾਰਾ ਚਾਹੀਦਾ ਹੁੰਦਾ ਹੈ। ਥੋੜ੍ਹੀ ਜਿਹੀ, ਜਿਵੇਂ ਇਹ ਸਾਈਨ ਪੋਸਟਸ ਨੇ, ਜਿਵੇਂ ਕਿ ਤੁਹਾਨੂੰ ਕੋਈ ਤਕਲੀਫ ਆ ਰਹੀ ਹੈ ਤਾਂ ਕਹਿ ਰਿਹਾ ਇੱਧਰ ਨਾ ਦੇਖੋ, ਇੱਧਰ ਨੂੰ ਦੇਖੋ, ਚਲੋ ਮੇਰੇ ਨਾਲ ਹੱਥ ਫੜੋ, ਅਤੇ ਆਪਾਂ ਆਹ ਦੇਖਦੇ ਹਾਂ। ਅਤੇ ਮੈਂ ਇਸ ਵੇਲੇ ਆਪਣਾ ਜਿਹੜਾ ਟਾਈਮ ਹੈਗਾ, ਬਿਕੋਜ਼ ਮੇਰੇ ਕੋਲ ਹੁਣ ਸਮਾਂ ਹੈਗਾ ਜਿਹੜਾ ਕਿ ਮੈਂ ਵੋਲੰਟੀਅਰ ਕਰਨਾ ਚਾਹੁੰਦੀ ਹਾਂ ਆਪਣੀ ਕਮਿਊਨਿਟੀ ਵਾਸਤੇ, ਤਾਂ ਕਿ ਮੈਂ ਉਹਨਾਂ ਦਾ ਉਹ ਸਾਥੀ ਬਣ ਸਕਾਂ, ਕੁਝ ਦੇਰ ਵਾਸਤੇ ਹੱਥ ਫੜ ਕੇ ਉਹਨਾਂ ਨੂੰ ਸਿਖਾ ਸਕਾਂ ਕਿ ਉਹ ਆਪਣੇ ਦਿਲ ਦੀਆਂ, ਆਪਣੇ ਮਾਈਂਡ ਦੀਆਂ ਗਹਿਰਾਈਆਂ ਵਿੱਚ ਪਹੁੰਚ ਕੇ ਆਪਣੀ ਜਿਹੜੀ ਮੁਸੀਬਤਾਂ ਨੇ ਉਹਨਾਂ ਦਾ ਹੱਲ ਕਿੱਦਾਂ ਲੱਭ ਸਕਣ। ਬਿਕੋਜ਼ ਉਹ ਜਿਹੜੀਆਂ ਪ੍ਰੋਬਲਮਸ ਨੇ ਉਹ ਕਿਤੇ ਬਾਹਰ ਨਹੀਂ ਨੇ, ਕੋਈ ਵੀ ਪ੍ਰੋਬਲਮ ਬਾਹਰ ਨਹੀਂ ਹੈ। ਉਹ ਪ੍ਰੋਬਲਮ ਜਿਹੜੀ ਹੈ, ਹਰ ਪ੍ਰੋਬਲਮ ਐਕਚੁਅਲੀ ਆਪਣੇ ਮਾਈਂਡ ਨੇ ਆਪ ਬਣਾਈ ਹੈ ਅਤੇ ਅਸੀਂ ਉਹਨੂੰ ਸੁਲਝਾ ਸਕਦੇ ਹਾਂ। ਦੈਟਸ ਦ ਬਿਊਟੀ। ਕਿੰਨੀ ਵਾਰੀ ਆਪਾਂ ਫੀਲ ਕਰਦੇ ਹਾਂ ਕਿ ਓ ਮਾਈ ਗॉड, ਜੇ ਮੇਰਾ ਮਾਈਂਡ ਹੀ ਇਹੋ ਜਿਹਾ ਤਾਂ ਮੈਂ ਠੀਕ ਨਹੀਂ ਹੋ ਸਕਦਾ। ਪਰ ਦੈਟਸ ਵੈਰੀ ਐਮਪਾਵਰਿੰਗ ਕਿ ਉਹ ਮੇਰੇ ਕੋਲ ਹੈ, ਉਹ ਤਾਕਤ ਮੇਰੇ ਅੰਦਰ ਹੈਗੀ, ਅਤੇ ਬਸ ਮੈਂ ਉਹਨੂੰ ਬਾਹਰ ਕੱਢਣਾ। ਸੋ ਦੈਟਸ ਕਾਈਂਡ ਆਫ ਵਾਟ ਆਈ ਵਾਂਟ ਟੂ। ਇਹ ਮਨ ਜਿਹੜਾ ਹੈ ਤੁਹਾਡਾ ਸਭ ਤੋਂ ਪੱਕਾ ਦੋਸਤ ਵੀ ਹੋ ਸਕਦਾ ਹੈ ਅਤੇ ਸਭ ਤੋਂ ਭੈੜਾ ਦੁਸ਼ਮਣ ਵੀ ਹੋ ਸਕਦਾ। ਬਿਲਕੁਲ ਬਿਲਕੁਲ। ਮਾਈਂਡ ਦੀਆਂ ਬਹੁਤ ਸਾਰੀਆਂ ਇੰਪੋਰਟੈਂਟ ਚੀਜ਼ਾਂ ਨੇ। ਆਈ ਮੀਨ ਮਾਈਂਡ ਦੀ ਸਭ ਤੋਂ ਵੱਡੀ ਚੀਜ਼ ਕੀ ਹੈਗੀ ਹੈ ਕਿ ਉਹਨੇ ਤੁਹਾਡੀ ਦੁਨੀਆ ਦਾ ਮਤਲਬ ਬਣਾਉਣਾ ਤੁਹਾਡੇ ਵਾਸਤੇ। ਤੁਸੀਂ ਚੀਜ਼ਾਂ ਨੂੰ ਦੇਖਦੇ ਹੋ,
ਮਾਈਂਡ ਉਹਨਾਂ ਨੂੰ ਮੀਨਿੰਗ ਦਿੰਦਾ ਹੈ ਤਾਂ ਕਿ ਤੁਸੀਂ ਦੇਖੋ ਕਿ ਮੈਂ ਇਸ ਦੁਨੀਆ 'ਚ ਚੱਲਣਾ ਕਿੱਦਾਂ ਹੈ। ਉਹ ਤੁਹਾਡੀ ਸਰਵਾਈਵਲ ਵਾਸਤੇ ਬਹੁਤ 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 ਇੰਪੋਰਟੈਂਟ ਚੀਜ਼ ਹੈਗੀ। ਤੇ ਮਾਈਂਡ ਦੀ ਇੱਕ ਇੰਪੋਰਟੈਂਟ ਚੀਜ਼ ਹੈ ਕਿ ਇੱਕ ਵਾਰੀ ਉਹਨੇ ਇੱਕ ਚੀਜ਼ ਸਿੱਖ ਲਿੱਤੀ ਉਹਨੇ ਕਦੀ ਭੁੱਲਣੀ ਨਹੀਂ। ਵਿਚ ਇਜ਼ ਵੈਰੀ ਗੁੱਡ ਬਿਕਾਜ਼ ਆਪਾਂ ਨੇ ਇੱਕ ਵਾਰੀ ਕਾਰ ਚਲਾਉਣੀ ਸਿੱਖ ਲਿੱਤੀ, ਸਾਈਕਲ ਚਲਾਉਣਾ ਸਿੱਖ ਲਿੱਤਾ, ਦੁਬਾਰਾ ਨਹੀਂ ਸਿੱਖਣਾ ਪੈਂਦਾ। ਬੇਸ਼ੱਕ ਆਪਾਂ 40 ਸਾਲਾਂ ਬਾਅਦ ਸਾਈਕਲ ਚੱਕੀਏ, ਆਪਾਂ ਨੂੰ ਪਤਾ ਉਹ ਸਾਈਕਲ ਕਿੱਦਾਂ ਤੁਰਨਾ ਹੈ, ਆਪਾਂ ਨੇ ਉਹ ਸਾਈਕਲ ਚਲਾ ਲੈਣਾ। ਕਾਰ 'ਚ ਬੈਠਦੇ ਆ ਕਿੰਨੀ ਵਾਰੀ ਹੁੰਦਾ ਤੁਸੀਂ ਦੇਖੋ, ਆਪਾਂ ਕੈਲਗਰੀ ਤੋਂ ਬੈਂਫ ਜਾ ਰਹੇ ਹਾਂ, ਨਾਲ ਫੈਮਿਲੀ ਬੈਠੀ ਆ, ਗਾਣੇ ਚੱਲ ਰਹੇ ਆ, 10 ਮਿੰਟਾਂ 'ਚ ਲੱਗਦਾ ਆਪਾਂ ਬੈਂਫ ਪਹੁੰਚ ਗਏ। ਪਤਾ ਵੀ ਨਹੀਂ ਕਾਰ ਚਲਾਈ ਕਿਹਨੇ, ਆਪਾਂ ਚਲਾਈ, ਪਰ ਆਪਾਂ ਨੇ ਕੋਈ ਉਹਦੇ ਤੇ ਨਜ਼ਰੀਆ ਨਹੀਂ ਦਿੱਤਾ, ਕੋਈ ਕੁਝ ਨਹੀਂ ਦੇਖਿਆ, ਬਸ ਆਪਾਂ ਨਜ਼ਾਰੇ ਦੇਖ ਰਹੇ ਹਾਂ, ਗਾਣੇ ਸੁਣ ਰਹੇ ਹਾਂ, ਗੱਪਾਂ ਮਾਰ ਰਹੇ ਤੇ ਆਪਾਂ ਕਾਰ ਆਪਣੀ ਆਪੇ ਚੱਲ ਗਈ। ਬਿਕਾਜ਼ ਉਹ ਮਾਈਂਡ ਜਿਹੜਾ ਤੁਹਾਡੀ ਬੋਡੀ ਤੋਂ ਆਟੋਮੈਟਿਕਲੀ ਕੰਮ ਕਰਵਾਉਂਦਾ। ਉਹ ਜਿਹੜੀ ਆਟੋਮੇਸ਼ਨ ਹੈਗੀ ਇਟਸ ਵੈਰੀ ਵੈਰੀ ਗੁੱਡ ਬਿਕਾਜ਼ ਆਪਾਂ ਬਹੁਤ ਸਾਰੀਆਂ ਚੀਜ਼ਾਂ ਸਿੱਖ ਸਕਦੇ ਹਾਂ, ਪਰ ਉਹ ਜਿਹੜੀ ਆਟੋਮੇਸ਼ਨ ਹੈਗੀ ਹੈ ਕਿੰਨੀ ਵਾਰੀ ਉਹ ਆਪਾਂ ਨੂੰ ਪ੍ਰੋਬਲਮਸ ਦੇ ਦਿੰਦੀ ਹੈ। ਜਿਵੇਂ ਕਿ ਇਮੈਜਿਨ ਕਰੋ ਤੁਸੀਂ ਛੋਟੇ ਸੀ ਤੇ ਤੁਹਾਨੂੰ ਕਿਸੇ ਕੁੱਤਾ ਭੌਂਕਿਆ, ਬਹੁਤ ਨੇੜੇ ਆ ਗਿਆ ਤਾਂ ਉਹਨੇ ਤੁਹਾਨੂੰ ਆਲਮੋਸਟ ਵੱਢ ਲਿਆ, ਤੁਹਾਡੇ ਦਿਲ 'ਚ ਡਰ ਬੈਠ ਗਿਆ। ਬਸ ਕੁੱਤੇ ਤਾਂ ਬਹੁਤ ਖਰਾਬ ਹੁੰਦੇ ਆ। ਹੁਣ ਤੁਸੀਂ 40 ਸਾਲਾਂ ਦੇ ਹੋ ਗਏ, ਤੁਰੇ ਜਾਂਦੇ ਹੋ, ਤੁਹਾਡੇ ਦੋਸਤ ਦਾ ਕੁੱਤਾ ਹੈ, ਬਹੁਤ ਸੋਹਣਾ ਕੁੱਤਾ, ਉਹ ਕਹਿੰਦੇ ਨਹੀਂ ਇਹ ਤਾਂ ਕਦੀ ਵੱਢਦਾ ਵੀ ਨਹੀਂ, ਭੌਂਕਦਾ ਵੀ ਨਹੀਂ, ਪਰ ਤੁਸੀਂ ਕੁੱਤੇ ਦੇ ਨੇੜੇ ਜਾਂਦੇ ਹੋ ਤਾਂ ਤੁਹਾਡੇ ਪਸੀਨੇ ਛੁੱਟ ਜਾਂਦੇ ਬਿਕਾਜ਼ ਤੁਹਾਡੇ ਦਿਮਾਗ 'ਚ ਉਹ ਗੱਲ ਨਹੀਂ ਨਿਕਲਣੀ ਕਿ ਵੀ ਕੁੱਤੇ ਮਾੜੇ ਨਹੀਂ ਹੋ ਸਕਦੇ, ਬਿਕਾਜ਼ ਤੁਹਾਡੇ ਵਾਸਤੇ ਉਹ ਕੁੱਤਾ ਮਾੜਾ ਸੀ, ਕੁੱਤੇ ਹਮੇਸ਼ਾ ਮਾੜੇ ਨੇ। ਤੁਸੀਂ ਉਹ ਇੱਕ ਵਾਰੀ ਬਿਠਾ ਲਿੱਤੀ ਗੱਲ, ਐਂਡ ਦੈਟਸ ਸੌਰਟ ਆਫ ਸਮਥਿੰਗ ਦੈਟ ਵੀ ਨੀਡ ਟੂ ਅੰਡਰਸਟੈਂਡ। ਪਰ ਉਹ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ। ਉਹ ਦਿਲ ਦੀ ਧੜਕਨ ਤੇਜ਼ ਹੋ ਗਈ, ਪਸੀਨਾ ਛੁੱਟ ਗਿਆ, ਆਪਾਂ ਆਲਮੋਸਟ ਕੁੱਤੇ ਤੋਂ ਭੱਜਣ ਲੱਗੇ ਹਾਂ। ਫਿਰ ਆਪਾਂ ਕਿੱਦਾਂ ਐਕਟ ਕਰਦੇ ਹਾਂ ਕਿ ਆਪਾਂ ਕੁੱਤੇ ਨੂੰ ਡਰਾ ਦਿੰਦੇ ਹਾਂ। ਫਿਰ ਕੁੱਤਾ ਆਪੇ ਭੌਂਕੇਗਾ, ਕੁੱਤਾ ਭੌਂਕੇਗਾ ਤਾਂ ਆਪਾਂ ਦੇਖ ਕੁੱਤਾ ਤੇਰਾ ਭੌਂਕਦਾ। ਇਹ ਸਾਡੇ ਮਾਈਂਡ ਦੇ ਵਿੱਚ, ਕਿਉਂਕਿ ਅਗੇਨ ਸਾਡੇ ਨੋਸ਼ਨਸ ਜਿੱਦਾਂ ਆਪਾਂ ਪ੍ਰੀ ਕਨਸੀਵਡ ਨੋਸ਼ਨਸ ਬਣ ਗਏ, ਕੁਝ ਐਕਸਪੀਰੀਅੰਸ ਦੇ ਨਾਲ, ਕੁਝ ਇੱਧਰੋਂ ਉੱਧਰੋਂ ਪਿਕ ਕੀਤੇ ਹੋਏ, ਸਿੱਖੇ ਸਿਖਾਏ ਹੋਏ, ਉਧਾਰੇ ਲਏ ਹੋਏ ਵੀ ਕਿ ਅੱਛਾ ਉਹਨੇ ਮੈਨੂੰ ਦੱਸਿਆ ਸੀ ਤਾਂ ਇਦਾਂ ਹੁੰਦਾ, ਤਾਂ ਇਦਾਂ ਹੁੰਦਾ। ਯੈਸ, ਦੈਟਸ ਕਾਲਡ ਦ ਕੰਡੀਸ਼ਨਡ ਮਾਈਂਡ। ਸੋ ਕੰਡੀਸ਼ਨਡ ਮਾਈਂਡ ਆਪਾਂ ਨੇ ਕੰਡੀਸ਼ਨ ਕਿਉਂ ਕੀਤਾ? ਹੁਣ ਇਮੈਜਿਨ ਕਰੋ ਆਪਣੀ ਕੰਡੀਸ਼ਨਿੰਗ ਤਾਂ ਜਦੋਂ ਆਪਾਂ ਪੈਦਾ ਹੋਏ ਸੀਗੇ ਬਲੈਂਕ ਸਲੇਟ ਸੀਗੇ, ਆਪਾਂ ਨੂੰ ਕੁਝ ਨਹੀਂ ਪਤਾ। ਇਹਨੂੰ ਐਪਲ ਕਹਿੰਦੇ ਨੇ, ਇਹਨੂੰ ਕੇਲਾ ਕਹਿੰਦੇ ਨੇ, ਉਹ ਦਰਖਤ ਹੈ, ਉਹ ਹਰਾ ਹੈ, ਉਹ ਕਾਲਾ ਹੈ, ਉਹ ਪੀਲਾ ਹੈ, ਉਹ ਪਾਕਿਸਤਾਨੀ ਹੈ, ਉਹ ਇੰਡੀਅਨ ਹੈ, ਉਹ ਅਮਰੀਕਨ ਹੈ, ਕੁਝ ਨਹੀਂ ਸੀ ਪਤਾ। ਆਪਾਂ ਨੇ ਸਾਰਾ ਕੁਝ ਸਿਖਾਇਆ ਗਿਆ। ਕਿਹਨੇ ਸਿਖਾਇਆ? ਆਪਣੇ ਮਾਂ ਪਿਓ ਨੇ, ਆਪਣੇ ਕਲਚਰ ਨੇ। ਆਪਣੇ ਕਲਚਰ ਨੇ ਇਹ ਵੀ ਸਿਖਾਇਆ ਕੁੜੀਆਂ ਇੱਦਾਂ ਦੇ ਕੱਪੜੇ ਪਾਉਂਦੀਆਂ, ਮੁੰਡੇ ਇੱਦਾਂ ਦੇ ਕੱਪੜੇ ਪਾਉਂਦੇ, ਕੁੜੀਆਂ ਇੱਦਾਂ ਦੀ ਜੌਬ ਕਰਦੀਆਂ ਨੇ, ਮੁੰਡੇ ਇੱਦਾਂ ਦੇ ਜੌਬ ਕਰਦੇ ਨੇ, ਕੁੜੀਆਂ ਘਰੇ ਕੰਮ ਕਰਦੀਆਂ ਨੇ, ਮੁੰਡੇ ਘਰੇ ਕੰਮ ਨਹੀਂ ਕਰਦੇ। ਸਾਰਾ ਕੁਝ ਸਿਖਾਇਆ ਉਹਨਾਂ ਨੇ। ਇਸ ਕਰਕੇ ਨਹੀਂ ਸਿਖਾਇਆ ਕਿ ਉਹ ਸਾਡੇ ਵਾਸਤੇ ਸਾਡੇ ਦੁਸ਼ਮਣ ਸੀ, ਉਹਨਾਂ ਨੇ ਸਿਖਾਇਆ ਤਾਂ ਕਿ ਆਪਾਂ ਇਸ ਦੁਨੀਆ 'ਚ ਰਹਿ ਸਕੀਏ। ਪਰ ਉਹ ਜਿਹੜੀ ਕੰਡੀਸ਼ਨਿੰਗ ਹੈ, ਕਿੰਨੀ ਵਾਰੀ ਆਪਾਂ ਉਹਨਾਂ ਚੀਜ਼ਾਂ ਨੂੰ ਫੜ ਲੈਂਦੇ ਹਾਂ ਵਿਦਆਊਟ ਐਵਰ ਕੁਐਸਚਨਿੰਗ ਕਿ ਉਹ ਕੰਡੀਸ਼ਨਸ ਜਿਹੜੀਆਂ ਨੇ ਠੀਕ ਵੀ ਨੇ ਕਿ ਗਲਤ ਵੀ ਹੋ ਸਕਦੀਆਂ ਨੇ। ਉਹਨਾਂ ਨੇ ਜੋ ਸਿਖਾਇਆ ਆਪਾਂ ਨੂੰ, ਜੋ ਉਹਨਾਂ ਨੇ ਸਿੱਖਿਆ ਸੀ, ਜੋ ਉਹਨਾਂ ਨੂੰ ਸਿਖਾਇਆ ਗਿਆ ਸੀ ਤੇ ਜੋ ਉਹਨਾਂ ਦੇ ਟਾਈਮ ਤੇ ਕੰਮ ਕਰਦਾ ਸੀ, ਹੋ ਸਕਦਾ ਜਦ ਤੱਕ ਆਪਾਂ ਵੱਡੇ ਹੋਈਏ ਉਹ ਚੀਜ਼ਾਂ ਬਿਲਕੁਲ ਕੰਮ ਹੀ ਨਹੀਂ ਕਰਦੀਆਂ। ਹੁਣ ਇਮੈਜਿਨ ਕਰੋ ਜੇ ਅੱਜ ਕੋਈ ਆਦਮੀ ਕਵੇ ਮੈਂ ਤਾਂ ਜੀ ਤੇਰਾ ਮਦਦ ਨਹੀਂ ਕਰਨੀ, ਤੇਰਾ ਕੰਮ ਹੈ ਰੋਟੀ ਪਕਾਉਣਾ, ਤੇਰਾ ਕੰਮ ਹੈ ਫਲਾਨੀ ਚੀਜ਼ ਕਰਨਾ, ਤਾਂ ਆਪਣੀ ਤਾਂ ਲੜਾਈ ਹੋ ਜਾਏਗੀ ਦੂਜੇ ਦਿਨ, ਆਪਣਾ ਤਾਂ ਡਿਵੋਰਸ ਤੇ ਪਹੁੰਚੇਗੀ ਗੱਲ। ਸੋ ਉਹ ਕੰਡੀਸ਼ਨਡ ਮਾਈਂਡ ਜਿਹੜਾ ਹੈਗਾ ਉਹਨੂੰ ਲੱਭਣਾ ਕਿ ਇਹ ਕੰਡੀਸ਼ਨਿੰਗ ਮੇਰੀ ਜਿਹੜੀ ਹੋਈ ਹੈ ਇਹਨੂੰ ਮੈਂ ਛੱਡ ਵੀ ਸਕਾਂ। ਤੇ ਕਿੰਨੇ ਬੰਦੇ ਨਹੀਂ ਛੱਡ ਸਕਦੇ ਬਿਕਾਜ਼ ਉਹਨਾਂ ਨੂੰ ਲੱਗਦਾ ਹੈ ਕਿ ਆਹ ਗੱਲ ਇੱਦਾਂ ਹੈ ਤਾਂ ਬਸ ਇੱਦਾਂ ਹੀ ਹੈ। ਸੋ ਆਪਾਂ ਨੂੰ ਇਹ ਦੇਖਣ ਦੀ ਲੋੜ ਹੈ ਕਿ ਆਪਣੀ ਕਿੰਨੀ ਕੁ ਦੁਨੀਆ ਉਹ ਅਨਕੁਐਸਚਨਡ ਕੰਡੀਸ਼ਨਿੰਗ ਐਂਡ ਅਨਕੁਐਸਚਨਡ ਥਿੰਕਿੰਗ ਨਾਲ ਬਣੀ ਹੋਈ ਹੈ ਤਾਂ ਕਿ ਆਪਾਂ ਦੇਖ ਸਕੀਏ ਕਿ ਉਹ ਆਪਾਂ ਨੂੰ ਦੁੱਖ ਕਿੱਦਾਂ ਦੇ ਰਹੀ ਹੈ। ਫਿਰ ਜੇ ਇੰਟਰਨਲ ਫੈਕਟਰਸ ਹੈ, ਦੂਸਰੇ ਪਾਸੇ ਐਕਸਟਰਨਲ ਵੀ ਤਾਂ ਹੈਗੇ ਹੈ ਜਿਹੜੇ ਤੁਹਾਡੇ ਆਲੇ ਦੁਆਲੇ ਤੁਹਾਨੂੰ ਦੁੱਖ ਦੇ ਰਿਹਾ ਹੈ, ਪਰੇਸ਼ਾਨੀ, ਅਸੀਂ ਇਹਨੂੰ ਸਟ੍ਰੈਸ ਜਾਂ ਐਂਗਜ਼ਾਇਟੀ ਕਹਿ ਸਕਦੇ ਹਾਂ। ਸ਼ੋਰ ਨਾ ਹੁਣ ਆਪਾਂ ਜੇ ਦੇਖੀਏ ਸਟ੍ਰੈਸ ਕੀ ਹੈ, ਆਪਾਂ ਸਾਰੇ ਕਹਿੰਦੇ ਉਹ ਮੈਂ ਤਾਂ ਬਹੁਤ ਸਟ੍ਰੈਸ 'ਚ ਆ ਗਿਆ ਜੀ। ਸਟ੍ਰੈਸ ਕੀ ਹੈਗਾ? ਮੋਸਟ ਕਾਮਨਲੀ ਸਟ੍ਰੈਸ ਇਜ਼ ਫਾਈਟਿੰਗ ਵਿਦ ਰਿਐਲਿਟੀ। ਜਦੋਂ ਆਪਾਂ ਜਿਹੜੀ ਚੀਜ਼ ਹੈ ਉਹਨੂੰ ਆਪਾਂ ਮਨਜ਼ੂਰ ਨਹੀਂ ਕਰਦੇ। ਮੇਰਾ ਹਸਬੈਂਡ ਮੇਰੀ ਮਦਦ ਨਹੀਂ ਕਰਦਾ, ਬਸ ਮੈਨੂੰ ਬਹੁਤ ਸਟ੍ਰੈਸ ਹੈ। ਉਹ ਤੁਹਾਡਾ ਹਸਬੈਂਡ ਤਾਂ ਜੀ ਬਹੁਤ ਚੰਗਾ, ਮੇਰਾ ਹਸਬੈਂਡ ਤਾਂ ਕਦੀ ਉਹਨੇ ਅੱਜ ਤੱਕ ਵੈਕਿਊਮ ਨਹੀਂ ਕੀਤਾ, ਨਾ ਮੇਰੇ ਕਦੀ ਉਹਨਾਂ ਨੇ ਭਾਂਡੇ ਧੋਣ 'ਚ ਮਦਦ ਕੀਤੀ ਹੈ, ਉਹ ਤਾਂ ਜੀ ਆਪਣਾ ਗਲਾਸ ਨਹੀਂ ਚੱਕਦੇ ਪਾਣੀ ਪੀ ਕੇ, ਬਸ ਮੈਨੂੰ ਤਾਂ ਇਹਦਾ ਬਹੁਤ ਸਟ੍ਰੈਸ ਹੈ। ਨਾਓ ਜੇ ਮੇਰਾ ਹਸਬੈਂਡ ਉਹੋ ਜਿਹਾ ਹੈਗਾ ਤਾਂ ਉਹੋ ਜਿਹਾ ਹੈਗਾ। I only have, now it's not a problem, it's actually not a stress, ਉਹ ਸਟ੍ਰੈਸ ਮੈਂ ਬਣਾਇਆ ਹੈਗਾ। It is a situation, ਉਹਦੀਆਂ ਤਿੰਨ ਹੀ choices ਨੇ, either I can do something about it,
ਯੂ نو ਮੈਂ ਕਹਿ ਸਕਦੀ ਹਾਂ ਕਿ ਵੀ ਦੇਖ ਜੇ ਤੂੰ ਨਹੀਂ ਚੱਕੇਂਗਾ ਤਾਂ ਮੈਂ ਵੀ ਨਹੀਂ ਚੱਕੂੰਗੀ, ਤੇਰਾ ਗਲਾਸ ਇੱਥੇ ਦਾ ਇੱਥੇ ਹੀ ਪਿਆ ਰਹੇਗਾ। ਜੇ ਤੂੰ ਭਾਂਡੇ ਨਹੀਂ ਮਾਂਜੇਂਗਾ ਤਾਂ ਮੈਂ ਰੋਟੀ ਨਹੀਂ ਪਕਾਉਂਗੀ, whatever. I mean, I'm not saying that that's what we should do, but there are choices and you can exercise your options. ਤਾਂ ਮੇਬੀ ਤੁਸੀਂ ਸਿਚੁਏਸ਼ਨ ਚੇਂਜ ਕਰ ਸਕਦੇ ਹੋ, ਜਾਂ ਤੁਸੀਂ ਕਹਿ ਸਕਦੇ ਹੋ ਕਿ ਓਕੇ ਤੂੰ ਇੱਦਾਂ ਦਾ ਮੈਂ ਇੱਦਾਂ ਦਾ, ਆਪਣੀ ਤਾਂ ਨਹੀਂ ਬਣਨੀ, ਆਪਾਂ ਅੱਡ ਜਾਂਦੇ ਹਾਂ। ਦੈਟਸ ਓਕੇ, ਆਪਾਂ ਨੂੰ ਲੜਾਈ ਕਰਨ ਦੀ ਲੋੜ ਨਹੀਂ, ਕੋਈ ਸਟ੍ਰੈਸ ਕਰਨ ਦੀ ਲੋੜ ਨਹੀਂ ਹੈ। ਜੇ ਉਹ ਵੀ ਨਹੀਂ ਹੋ ਸਕਦਾ ਕਿ ਹੁਣ ਤੁਹਾਡਾ ਵਿਆਹ ਹੋਇਆ ਤੁਸੀਂ ਕਹਿੰਦੇ ਨਹੀਂ ਅਸੀਂ ਅੱਡ ਤਾਂ ਨਹੀਂ ਹੋਣਾ, ਫਿਰ ਤੁਸੀਂ ਕਹਿੰਦੇ ਹੋ ਕਿ ਮੈਂ ਇਸ ਚੀਜ਼ ਨੂੰ ਇੱਦਾਂ ਅਪਣਾ ਲਵਾਂ ਕਿ ਜਿਵੇਂ ਮੈਂ ਇਹਨੂੰ ਮੰਗਿਆ। ਆਹੀ ਮੇਰਾ ਹਸਬੈਂਡ, ਇਹਦੇ 'ਚ ਹੋਰ ਬੜੇ ਗੁਣ ਨੇ ਤੇ ਮੈਂ ਇਹਨਾਂ ਗੁਣ ਇਹਨੇ ਜਿਹੜੇ ਛੋਟੇ ਛੋਟੇ ਚੀਜ਼ਾਂ ਨੇ ਇਹਨਾਂ ਨੂੰ ਮੈਂ ਜਾਣ ਦਵਾਂ। ਰਾਈਟ, those are the only 3 choices. There is no stress. ਤਾਂ ਸਟ੍ਰੈਸ ਕਿੱਥੋਂ ਬਣਿਆ? ਮੇਰੇ ਹਸਬੈਂਡ ਨੇ ਮੈਨੂੰ ਸਟ੍ਰੈਸ ਨਹੀਂ ਦਿੱਤਾ। My thinking about my husband is what is causing me the stress. Because my husband should not be who he is. He should be according to my thinking. ਹਾਂ, ਮੇਰੇ ਮੁਤਾਬਕ ਹੋਵੇ। ਮੇਰੇ ਮੁਤਾਬਕ ਹੋਵੇ, ਜਿੱਦਾਂ ਮੈਂ ਕਹਿੰਦੀ ਉਦਾਂ ਚੱਲੇ ਤਾਂ ਮੈਂ ਖੁਸ਼ ਹਾਂ। ਹਾਂ, ਨਹੀਂ ਤਾਂ ਨਹੀਂ। ਨਹੀਂ ਤਾਂ ਨਹੀਂ। ਬਟ ਯੂ ਸੈਡ ਦ ਰਾਈਟ ਥਿੰਗ। ਆਹ ਪਰਟੀਕੂਲਰ ਐਗਜ਼ਾਮਪਲ ਦੇ ਵਿੱਚ ਤਾਂ ਵੀ ਤੁਸੀਂ ਦੇਖ ਲਓ ਕਿ ਚੰਗੇ ਗੁਣ ਵੀ ਆ, ਤਾਂ ਜੇ ਮਾੜੇ ਗੁਣ ਦੇ ਮੁਕਾਬਲੇ ਚੰਗੇ ਗੁਣ ਜ਼ਿਆਦਾ ਆ ਤੇ ਤੁਸੀਂ ਇਸ ਚੀਜ਼ ਨੂੰ ਇਗਨੋਰ ਕਰ ਸਕਦੇ ਹੋ। ਸ਼ੋਰ ਜ਼ਿਆਦਾ ਨਾ ਵੀ ਹੋਣਾ, ਮੀਨ ਜ਼ਿਆਦਾ ਕੀ ਹੈ ਘੱਟ ਕੀ ਹੈ, ਉਹ ਤਾਂ ਯੂ نو ਮਾਈਂਡ ਜਿਹੜਾ ਉਹ ਤਾਂ ਕਿਤੇ ਪਾਸੇ ਵੀ ਆਪਾਂ ਨੂੰ ਲੈ ਜਾਏਗਾ। ਜੇ ਆਪਾਂ ਨੇ ਕਿਸੇ ਦੇ ਮਾੜੇ, ਜੇ ਆਪਾਂ ਨੇ ਸੋਚ ਲਿੱਤਾ ਕਿ ਵੀ ਮੈਨੂੰ ਗੁਰਪ੍ਰੀਤ ਪਸੰਦ ਨਹੀਂ, ਹਾਂਜੀ, ਗੁਰਪ੍ਰੀਤ ਨੇ ਤਾਂ ਮੈਨੂੰ ਹਲੋ ਨਹੀਂ ਕਹੀ, ਮੈਂ ਉਹਨੂੰ ਕਿਹਾ ਸੀਗਾ ਮੈਂ ਰੇਡੀਓ ਸ਼ੋਅ ਕਰਨਾ, ਉਹਨੇ ਮੈਨੂੰ ਜਵਾਬ ਹੀ ਨਹੀਂ ਦਿੱਤਾ, ਬਸ ਮੈਨੂੰ ਗੁਰਪ੍ਰੀਤ ਪਸੰਦ ਨਹੀਂ, ਤਾਂ ਮੇਰੇ ਮਨ ਨੇ ਹਜ਼ਾਰ ਹੋਰ ਚੀਜ਼ਾਂ ਲੱਭ ਲੈਣੀਆਂ ਜਿੱਥੇ ਗੁਰਪ੍ਰੀਤ ਮੈਨੂੰ ਪਸੰਦ ਨਹੀਂ। ਦੈਟਸ ਇਟ, ਸਹੀ ਦੈਟਸ ਇਟ, ਬਿਕੋਜ਼ ਉਹ ਮਨ ਦਾ ਕੰਮ ਹੈ, ਉਹ ਮਨ ਦਾ ਕੰਮ ਹੈ। ਜਿਹੜੀ ਚੀਜ਼ ਨੂੰ ਅਸੀਂ ਮੰਨ ਲਿਆ ਉਹਦੇ ਵਾਸਤੇ ਉਹਨੇ ਵੈਲੀਡੇਸ਼ਨ ਲੱਭਣੀ ਹੈ। That's all. So ਤੁਸੀਂ ਫਿਰ ਉਹ ਦੇਖੋ ਕਿ ਜੇ ਹੁਣ ਗੁਰਪ੍ਰੀਤ ਬਹੁਤ ਚੰਗੀ ਹੋ ਗਈ, ਗੁਰਪ੍ਰੀਤ ਨੂੰ ਮੈਂ ਟਰਨ ਅਰਾਊਂਡ ਵੀ ਕਰ ਦੂੰਗੀ ਮੇਰੇ ਮਨ 'ਚ, ਬਿਕੋਜ਼ ਉਹਨੇ ਹੁਣ ਆ ਵੀ ਕਰ ਦਿੱਤਾ ਮੇਰੇ ਵਾਸਤੇ, ਹੁਣ ਆ ਵੀ ਕਰ ਦਿੱਤਾ, ਐਕਚੁਅਲੀ ਗੁਰਪ੍ਰੀਤ ਤਾਂ ਬਹੁਤ ਹੀ ਚੰਗੀ ਹੈ। ਫਿਰ ਮੇਰੇ ਮਨ ਨੇ ਉਹ ਸਾਰਾ ਕੁਝ ਲੱਭ ਲੈਣਾ ਜਿੱਥੇ ਗੁਰਪ੍ਰੀਤ ਚੰਗੀ ਸੀ। ਇਟਸ ਆਲ, ਗੁਰਪ੍ਰੀਤ ਨਹੀਂ ਚੇਂਜ ਹੋਈ। ਠੀਕ, ਗੁਰਪ੍ਰੀਤ। ਸੋ ਜੇ ਆਪਾਂ ਦੇਖੀਏ ਨਾ ਆਪਾਂ ਕੌਣ ਆ, ਕਿੰਨੀ ਵਾਰੀ ਆਪਾਂ ਪੁੱਛਦੇ ਹਾਂ ਕਿਸੇ ਨੂੰ ਮੈਂ ਕੌਣ ਆ, ਤੁਸੀਂ ਕੌਣ ਹੋ? ਮੈਂ ਮੇਰੇ ਇੱਕ ਬੱਚੇ ਵਾਸਤੇ ਇੱਕ ਮਾਂ, ਦੂਸਰੇ ਬੱਚੇ ਵਾਸਤੇ ਟੋਟਲੀ ਅਲੱਗ ਮਾਂ, ਤੇ ਮੈਂ ਮੇਰੇ ਪੇਸ਼ੈਂਟਸ ਵਾਸਤੇ ਬਹੁਤ ਅਲੱਗ ਇਨਸਾਨ ਆ, ਤੇ ਮੈਂ ਮੇਰੇ ਗੁਆਂਢੀਆਂ ਵਾਸਤੇ ਅਲੱਗ ਇਨਸਾਨ ਆ। ਹਰ ਇੱਕ ਬੰਦਾ ਜੇ ਮੇਰੀ ਸਟੋਰੀ ਲਿਖੇ ਤਾਂ ਤੁਸੀਂ ਕਹੋਗੇ ਉਹ ਕਿਸੇ ਹੋਰ ਹੀ ਬੰਦੇ ਨੂੰ ਡਿਸਕ੍ਰਾਈਬ ਕਰ ਰਿਹਾ। It won't be the same. Everybody, because I am what you see me as. I am not who I am. I am who you see me as. So if we start to really see that ਕਿ ਜਿਹੜੇ ਵੀ ਬੰਦੇ ਨੂੰ, ਜੇ ਆਪਾਂ ਕਿਸੇ ਬੰਦੇ ਨੂੰ ਬੁਰਾ ਸਮਝ ਰਹੇ ਹਾਂ, he is not bad. It is what I'm thinking about this person that is bad. ਰਾਈਟ। ਔਰ ਜੇ ਅਸੀਂ ਇਸ ਗੱਲ ਨੂੰ ਪਰੇਸ਼ਾਨ ਹੋਈ ਜਾਂਦੇ ਹਾਂ ਕਿ ਕੋਈ ਮੇਰੇ ਬਾਰੇ ਕੀ ਸੋਚਦਾ ਹੈ, ਤੇ ਉਹ ਤੁਸੀਂ ਪਾਸੇ ਰੱਖ ਦਿਓ, ਪਹਿਲਾਂ ਤੁਸੀਂ ਆਪਣੇ ਬਾਰੇ ਕੀ ਸੋਚਦੇ ਪੁੱਛ ਲਓ। ਐਬਸੋਲੂਟਲੀ, ਤੁਸੀਂ ਆਪਣੇ ਬਾਰੇ ਕੀ ਸੋਚਦੇ ਹੋ? ਯੂ نو ਹੁਣ ਕਿੰਨੀ ਵਾਰੀ ਕੀ ਹੁੰਦਾ ਹੈ ਕਿ ਆਪਾਂ ਨੂੰ ਲੱਗਦਾ ਹੈ ਕਿ ਯੂ نو ਮੈਂ ਬਹੁਤ ਸ਼ਾਈ ਬੰਦਾ, ਮੈਂ ਨਹੀਂ ਪਾਰਟੀ 'ਤੇ ਜਾਣਾ, ਉੱਥੇ ਮੇਰੇ ਕੋਲੋਂ ਨਹੀਂ ਮਿਲਿਆ ਜਾਂਦਾ, ਮੈਂ ਮਿਲਣਸਾਰ ਬੰਦਾ ਨਹੀਂ ਹੈਗਾ, ਅਤੇ ਮੇਰੇ ਕੋਲ ਸੂਟ ਵੀ ਸੋਹਣਾ ਨਹੀਂ ਹੈਗਾ, ਨਹੀਂ ਮੇਰਾ ਨਹੀਂ ਦਿਲ ਉੱਥੇ ਲੱਗਣਾ। ਇਮੈਜਿਨ ਕਰੋ ਮੈਂ ਉੱਥੇ ਪਾਰਟੀ 'ਤੇ ਜਾਊਂਗਾ ਤਾਂ ਮੈਂ ਯੂ نو ਇੱਕ ਪਾਸੇ ਕਾਰਨਰ 'ਚ ਖੜ੍ਹ ਜਾਊਂ, ਬਿਕੋਜ਼ ਮੈਂ ਤਾਂ ਸੋਚਿਆ ਹੋਇਆ ਮੇਰਾ ਦਿਲ ਲੱਗਣਾ ਨਹੀਂ, ਅਤੇ ਮੇਰੇ ਤਾਂ ਕੱਪੜੇ ਵੀ ਸੋਹਣੇ ਨਹੀਂ, ਬਾਕੀ ਦੇਖੋ ਸਾਰੇ ਕਿੰਨੇ ਸੋਹਣੇ ਸੋਹਣੇ ਕੱਪੜੇ, ਮੈਂ ਤਾਂ ਬਸ ਇੱਕ ਪਾਸੇ ਖੜ੍ਹ ਜਾਊਂ। ਅਤੇ ਜੇ ਕੋਈ ਬੰਦਾ ਮੇਰੀ ਫੋਟੋ ਖਿੱਚ ਰਿਹਾ ਹੈ, ਇੱਕ ਉਦਾਸ ਬੰਦਾ ਉੱਥੇ ਖੜ੍ਹਾ ਹੈਗਾ ਅਤੇ ਪਾਰਟੀ ਬਿਲਕੁਲ ਨਹੀਂ ਇੰਜੋਏ ਕਰ ਰਿਹਾ, ਅਤੇ ਉਹਨੂੰ ਉਹ ਫੇਸਬੁੱਕ 'ਤੇ ਪਾਏ ਤਾਂ ਬੰਦੇ ਕਹਿਣਗੇ ਜੀ ਬੜੀ ਬੋਰਿੰਗ ਪਾਰਟੀ ਹੋਣੀ ਹੈ, ਬੜੀ ਖਰਾਬ ਪਾਰਟੀ ਹੋਣੀ ਹੈ। ਅਤੇ ਜੋ ਦੂਜੇ ਪਾਸੇ ਨੂੰ ਕੈਮਰਾ ਕਰੇ ਅਤੇ ਸਾਰੇ ਬੰਦੇ ਇੰਜੋਏ ਕਰ ਰਹੇ ਨੇ, ਬਿਕੋਜ਼ ਉਹ ਬੰਦੇ ਮੇਰੇ ਵੱਲ ਤਾਂ ਕੋਈ ਦੇਖ ਹੀ ਨਹੀਂ ਰਿਹਾ, ਕੋਈ ਨਹੀਂ ਦੇਖ ਰਿਹਾ ਕਿ ਮੇਰੇ ਕੱਪੜੇ ਕੀ ਪਾਏ ਨੇ। ਪਰ ਜੇ ਮੈਂ ਉਸ ਪਾਰਟੀ 'ਚ ਜਾਵਾਂ, ਕੱਪੜੇ ਜਿਹੋ ਜਿਹੇ ਹੈਗੇ ਮੈਂ ਚਾਹਾਂ ਕਿ ਮੈਂ ਤਾਂ ਜੀ ਬਸ ਭੰਗੜਾ ਪਾਉਣਾ, ਇੰਜੋਏ ਕਰਨਾ, ਮਜ਼ਾ ਆਉਣਾ, ਦੈਟਸ ਇਟ। ਆਈ ਡੋਂਟ ਕੇਅਰ ਹੋਰ ਬੰਦੇ ਕੀ ਕਰ ਰਹੇ ਨੇ ਕੀ ਨਹੀਂ ਕਰ ਰਹੇ, ਮੈਨੂੰ ਪਤਾ ਮੈਂ ਕੀ ਕਰਨਾ। ਸੋ ਇਫ ਆਈ ਥਿੰਕ ਆਈ ਡੋਂਟ ਲੁੱਕ ਗੁੱਡ, ਜੇ ਮੇਰੀ ਉਹ ਥਾਟ ਹੈਗੀ ਕਿ ਮੈਂ ਸੋਹਣਾ ਨਹੀਂ ਲੱਗ ਰਿਹਾ, ਤਾਂ ਮੈਂ ਉੱਦਾਂ ਐਕਟ ਕਰੂੰਗਾ ਕਿ ਮੈਂ ਐਕਚੁਅਲੀ ਆਈ ਡੋਂਟ ਲੁੱਕ ਗੁੱਡ, ਨਹੀਂ ਮੇਰੀ ਫੋਟੋ ਨਾ ਖਿੱਚੋ, ਤਾਂ ਮੇਰੀ ਫੋਟੋ ਵੀ ਉਹੋ ਜਿਹੀ ਆਏਗੀ ਕਿਉਂਕਿ ਮੇਰਾ ਮੂੰਹ ਬਣਿਆ ਹੋਏਗਾ ਉਦਾਸੀ ਵਾਲਾ, ਬਿਕੋਜ਼ ਮੈਨੂੰ ਨਹੀਂ ਚਾਹੀਦਾ ਕਿ ਕੋਈ ਮੇਰੀ ਫੋਟੋ ਖਿੱਚੇ। ਪਰ ਜੇ ਮੈਂ ਕੌਨਫੀਡੈਂਟ ਫੀਲ ਕਰ ਰਿਹਾ, ਜੇ ਮੈਂ ਖੁਸ਼ ਫੀਲ ਕਰ ਰਿਹਾ, ਤਾਂ ਮੈਂ ਕਿਸ ਤਰ੍ਹਾਂ ਪੇਸ਼ ਆਊਂਗਾ ਬੰਦਿਆਂ ਵਾਸਤੇ? ਮੈਂ ਕੌਨਫੀਡੈਂਟ ਪੇਸ਼ ਆਊਂਗਾ। ਬੰਦਿਆਂ ਨੇ ਕਹਿਣਾ ਤਾਂ ਬਹੁਤ ਕੌਨਫੀਡੈਂਟ ਬੰਦਾ ਹੈ ਜੀ, ਉਹ ਮੇਰੇ 'ਤੇ ਕੌਨਫੀਡੈਂਸ ਲੈਣਗੇ, ਮੇਰਾ ਕੌਨਫੀਡੈਂਸ ਹੋਰ ਵਧੇਗਾ, ਉਹ ਮੇਰੇ 'ਤੇ ਹੋਰ ਕੌਨਫੀਡੈਂਸ ਲੈਣਗੇ, ਮੇਰਾ ਕੌਨਫੀਡੈਂਸ ਹੋਰ ਵਧੇਗਾ। ਸੋ ਇਟਸ ਆਲ what do I do? Yeah. It's not what they do.
ਸਹੀ ਗੱਲ ਹੈ। ਸਾਡੇ ਦਿਮਾਗ ਜਿਹੜਾ ਹੈ ਬਹੁਤ ਹੀ ਕਮਾਲ ਦੀ ਚੀਜ਼ ਹੈ ਵੈਸੇ। ਇਹ ਬੋਡੀ ਆਰਗਨ ਡਾਕਟਰ ਸੰਧੂ ਮੈਂ ਸੋਚਦੀ ਹੁੰਦੀ ਹਾਂ ਕਿ ਕਿੰਨਾ ਜਾਦੂਮਈ ਹੈ। ਬਿਲਕੁਲ ਬਿਲਕੁਲ, ਇਟਸ ਐਨ ਅਮੇਜ਼ਿੰਗ ਆਰਗਨ ਐਂਡ ਉਹਦੀ ਸਭ ਤੋਂ ਐਂਡ ਇਟਸ ਇਲੂਸਿਵ ਇਨ ਦ ਸੈਂਸ ਕਿ ਜਿਵੇਂ ਨਾ ਮਿਸਟਿਕ ਚੀਜ਼ ਹੈਗੀ ਹੈ। ਆਪਣੇ ਕੋਲ ਕੋਈ ਐਕਸ-ਰੇ ਨਹੀਂ ਜਿਹਦੇ ਨਾਲ ਆਪਾਂ ਮਾਈਂਡ ਨੂੰ ਪੜ੍ਹ ਸਕੀਏ, ਕੋਈ ਅਲਟਰਾਸਾਊਂਡ ਨਹੀਂ, ਕੋਈ ਸਕੈਨ ਨਹੀਂ, ਕੋਈ ਬਲੱਡ ਟੈਸਟ ਨਹੀਂ। ਇਟਸ ਜਸਟ ਵਨ ਆਫ ਦੋਜ਼ ਥਿੰਗਸ, ਆਈ ਮੀਨ ਹੈ ਇਟਸ ਅ ਪਾਰਟ ਆਫ ਯੂਰ ਬ੍ਰੇਨ ਬਟ ਇਟਸ ਜਸਟ ਆਊਟ ਦੇਅਰ ਸਮਵੇਅਰ। ਬਹੁਤ ਸਾਰੇ ਇੰਪੋਰਟੈਂਟ ਕੰਮ ਕਰਦਾ ਹੈ। ਆਈ ਮੀਨ ਜਿਵੇਂ ਬ੍ਰੇਨ ਇਜ਼ ਫॉर ਐਗਜ਼ਾਮਪਲ ਯੂਰ ਕੰਪਿਊਟਰ ਹਾਰਡਵੇਅਰ, ਇਮੈਜਿਨ ਮਾਈਂਡ ਟੂ ਬੀ ਦ ਸੌਫਟਵੇਅਰ, ਯੂ ਨੋ ਪ੍ਰੋਗਰਾਮ। ਜੇ ਤੁਸੀਂ ਉਹਦੇ 'ਚ ਗਲਤ ਪ੍ਰੋਗਰਾਮ ਪਾਤਾ, ਮੈਨ ਯੂ ਆਰ ਇਨ ਟਰਬਲ। ਪਰ ਉਹ ਪ੍ਰੋਗਰਾਮ, ਥਿੰਕ ਅਬਾਊਟ ਇਟ ਅਗੇਨ, ਯੂ ਨੋ ਲਾਈਕ ਆਈ ਸੈਡ ਐਮਪਾਵਰਮੈਂਟ, ਆਪਾਂ ਉਹ ਪ੍ਰੋਗਰਾਮ ਚੇਂਜ ਕਰ ਸਕਦੇ ਹਾਂ। ਸੋ ਕਿੰਨੀ ਵਾਰੀ ਜੇ ਪ੍ਰੋਗਰਾਮਸ ਰੈਕਗਨਾਈਜ਼ ਕਰਨਾ ਕਿ ਆਹ ਪ੍ਰੋਗਰਾਮਿੰਗ ਮੇਰੀ ਮੈਨੂੰ ਪੁੱਠੇ ਪਾਸੇ ਨੂੰ ਲੈ ਕੇ ਜਾ ਰਹੀ ਹੈ, ਤੇ ਇਹ ਪ੍ਰੋਗਰਾਮਿੰਗ ਹੈ ਕੀ, ਇਹ ਪ੍ਰੋਗਰਾਮਿੰਗ ਠੀਕ ਵੀ ਹੈ ਕਿ ਗਲਤ ਹੋ ਗਈ। ਐਂਡ ਜੇ ਪ੍ਰੋਗਰਾਮਿੰਗ 'ਚ ਵਾਇਰਸ ਆ ਗਈ, ਵਾਇਰਸ ਆ ਗਈ, ਗਲਤੀ ਨਾਲ ਹੀ ਆਉਂਦੀ ਹੈ ਵਾਇਰਸ। ਤੇ ਕਿਸੇ ਨੇ ਦੁਨੀਆ 'ਚ ਆਪਣੇ ਤੇ ਜਾਣ ਕੇ ਆਪਾਂ ਨੂੰ ਰੋਂਗ ਪ੍ਰੋਗਰਾਮ ਨਹੀਂ ਦਿੱਤਾ। ਉਹ ਹੋਗੀ ਰੋਂਗ ਪ੍ਰੋਗਰਾਮਿੰਗ, ਜਾਂ ਪ੍ਰੋਗਰਾਮਿੰਗ ਆਪਣੇ ਇਸ ਵੇਲੇ ਆਪਣੇ ਦਾਇਰੇ 'ਚ ਕੰਮ ਨਹੀਂ ਕਰ ਰਹੀ, ਤਾਂ ਉਹ ਜੌਬ ਆਪਣਾ ਹੈ ਕਿ ਆਪਾਂ ਉਹ ਲੱਭੀਏ ਕਿ ਆਹ ਪ੍ਰੋਗਰਾਮ ਠੀਕ ਨਹੀਂ ਹੈ ਤੇ ਮੈਂ ਨਵਾਂ ਪ੍ਰੋਗਰਾਮ ਇਹਦੇ 'ਚ ਕਿੱਦਾਂ ਪਾਉਣਾ। ਰਾਈਟ। ਅੱਛਾ, ਇਹ ਵੀ ਬਿਕਾਜ਼ ਵੀ ਆਰ ਟਾਕਿੰਗ ਹਾਊ ਅਮੇਜ਼ਿੰਗ ਇਟ ਇਜ਼, ਹਾਊ ਇਟ ਵਰਕਸ। ਸਾਡਾ ਮਨ ਜਿਹੜਾ, ਤੁਸੀਂ ਪਲੀਜ਼ ਐਕਸਪਲੇਨ ਕਰੋ ਕਿ ਦੇਖੋ ਸਾਡੇ ਮਨ ਦੇ ਵਿੱਚ ਥਾਟਸ ਜਿਹੜੇ ਆ ਉਹ ਕਿਵੇਂ ਬਣਦੇ ਆ, ਕਿਵੇਂ ਫੀਲਿੰਗਸ ਸਾਡੀਆਂ ਬਣਦੀਆਂ, ਐਂਡ ਫਿਰ ਸਾਡੇ ਰਿਸਪੌਂਸਿਸ ਹੁੰਦੇ ਆ। ਬਿਲਕੁਲ ਬਿਲਕੁਲ। ਹੁਣ ਆਪਾਂ ਕਿੰਨੀ ਵਾਰੀ ਕਹਿੰਦੇ ਆ ਕਿ ਜੀ ਤੁਸੀਂ ਇੱਦਾਂ ਨਾ ਸੋਚੋ, ਇਹਦਾ ਬਸ ਆਪਣੀਆਂ ਚੰਗੀਆਂ ਥਾਟਸ ਹੀ ਲੈ ਕੇ ਆਓ, ਹੈਪੀ ਥਾਟਸ ਸੋਚੋ ਤੁਸੀਂ, ਯੂ ਨੋ। ਜਾਂ ਆਪਾਂ ਕਹਿੰਦੇ ਸੋਚਣਾ ਬੰਦ ਕਰ ਦਿਓ। I mean, none of those is possible. ਤੁਸੀਂ ਕਦੀ ਇਮੈਜਿਨ ਕਰੋ, ਤੁਸੀਂ ਕਹੋ ਕਿ ਅੱਜ ਮੈਂ ਨਹੀਂ ਸੋਚਣਾ। I mean, ਇਹ ਹੋ ਹੀ ਨਹੀਂ ਸਕਦਾ। ਜਿਹੜੀਆਂ ਥਾਟਸ ਨੇ ਉਹ ਆਟੋਮੈਟਿਕ ਨੇ। ਜਿਵੇਂ ਕਿ ਆਪਣੇ ਲੰਗਸ ਸਾਹ ਲੈਂਦੇ ਨੇ, ਆਪਾਂ ਲੰਗਸ ਨੂੰ ਕਹਿੰਦੇ ਨਹੀਂ ਕਿ ਵੀ ਹੁਣ ਸਾਹ ਲਓ, ਜਾਂ ਨਾ ਹੀ ਆਪਾਂ ਕਹਿ ਸਕਦੇ ਵੀ ਅੱਜ ਮੈਂ ਸਾਹ ਨਹੀਂ ਲੈਣਾ, ਜਾਂ 5 ਮਿੰਟ ਸਾਹ ਬੰਦ ਕਰ ਦਿਓ। ਇੱਦਾਂ ਹੀ ਆਪਣਾ ਜਿਹੜਾ ਮਾਈਂਡ ਹੈਗਾ ਉਹਦਾ ਕੰਮ ਹੈ ਥਿੰਕਿੰਗ। ਸੋ ਥਾਟਸ ਕਮ, you don't invite them and you don't have a choice ਕਿ ਕਿਹੜੀਆਂ ਥਾਟਸ ਆਉਣਗੀਆਂ। ਜਿਹੜੀਆਂ ਥਾਟਸ ਆਉਣਗੀਆਂ they could be based on ਕਿ ਤੁਹਾਡੇ ਪਾਸਟ ਐਕਸਪੀਰੀਐਂਸਿਸ ਕੀ ਸੀਗੇ, they could be based on ਤੁਸੀਂ ਕਿੱਥੇ ਜੰਮੇ ਪਲੇ ਸੀਗੇ, they could be based on ਕਿ ਤੁਹਾਨੂੰ ਕਿਹਨਾਂ ਨੇ ਪਾਲਿਆ ਸੀਗਾ, ਉਹਨਾਂ ਦੀਆਂ ਥਾਟਸ ਕਿੱਦਾਂ ਦੀਆਂ ਸੀਗੀਆਂ। ਕਿੰਨੀ ਵਾਰੀ ਆਈ ਮੀਨ ਮੈਡੀਸਨ 'ਚ ਆਪਾਂ ਕਹਿੰਦੇ ਨੇ ਉਹ ਜੇ ਤੁਹਾਡੇ 'ਚ ਫੈਮਿਲੀ ਹਿਸਟਰੀ ਹੈਗੀ ਡਿਪਰੈਸ਼ਨ ਦੀ ਤਾਂ ਇਟਸ ਜੈਨੇਟਿਕ ਐਂਡ ਹੈਰੈਡੀਟਰੀ। ਐਬਸੋਲੂਟਲੀ ਨਾਟ। ਮੇਬੀ 5% ਹੈਰੈਡੀਟਰੀ ਫੈਕਟਰ ਹੋਏਗਾ, ਪਰ ਜੇ ਤੁਸੀਂ ਉਸ ਮਾਹੌਲ 'ਚ ਜੰਮੇ ਪਲੇ ਹੋ ਜਿੱਥੇ ਕਿ ਬੰਦੇ ਨੈਗੇਟਿਵ ਚੀਜ਼ਾਂ ਸੋਚਦੇ ਨੇ, ਉਦਾਸੀ 'ਚ ਰਹਿੰਦੇ ਨੇ ਜਾਂ ਫਿਕਰ ਕਰਦੇ ਨੇ, ਇਟਸ ਆਟੋਮੈਟਿਕ ਕਿ ਤੁਸੀਂ ਸੋਚੋਗੇ ਉਹੋ ਜਿਹੀਆਂ ਹੀ ਥਾਟਸ, ਤੁਸੀਂ ਵੀ ਫਿਕਰ ਵਾਲੀਆਂ ਥਾਟਸ ਸੋਚੋਗੇ। ਤੁਹਾਨੂੰ ਸਮਝ ਹੀ ਨਹੀਂ ਹੈ ਕਿ ਹੋਰ ਦੁਨੀਆ 'ਚ ਕਿੱਦਾਂ ਰਿਹਾ ਜਾ ਸਕਦਾ। ਸੋ ਇਟਸ ਨਾਟ a fault of theirs, ਨਾ ਹੀ ਤੁਹਾਡੇ ਜਿਹੜੇ ਹੈਗੇ ਕੇਅਰ ਗਿਵਰਸ ਉਹਨਾਂ ਦੀ ਫਾਲਟ ਹੈਗੀ ਹੈ, ਨਾ ਹੀ ਤੁਹਾਡੀ ਫਾਲਟ ਹੈਗੀ। ਸੋ ਇਟਸ ਨਾਟ ਅਬਾਊਟ ਫਾਲਟ ਫਾਈਂਡਿੰਗ ਮਿਸ਼ਨ, ਇਟਸ ਅਬਾਊਟ ਸੇਇੰਗ what is happening to you, what is creating a problem for you. So thoughts ਆਉਂਦੀਆਂ ਨੇ, ਜਦੋਂ thoughts ਆਉਂਦੀਆਂ ਨੇ they then create emotions. Emotions are you feel sad, you feel happy, you feel angry, you feel fearful. ਜਿਹੜੇ emotions ਨੇ they lead to a bodily response. Bodily response could be ਕਿ ਜੇ ਤੁਹਾਨੂੰ ਡਰ ਲੱਗਦਾ ਤਾਂ imagine ਕਰੋ ਕਿ ਤੁਹਾਡਾ ਜਿਵੇਂ ਛਾਤੀ ਜਕੜ ਜਾਂਦੀ ਹੈ, ਟਾਈਟਨੈਸ ਆ ਜਾਂਦੀ ਹੈ ਚੈਸਟ ਵਿੱਚ। ਜਾਂ ਜੇ ਤੁਹਾਨੂੰ ਲੱਗਦਾ ਹੈ ਕਿ ਸਾਰਾ ਦਿਨ ਤੁਸੀਂ ਆਹ ਵੀ ਕੰਮ ਕਰਨਾ ਹੈ, ਉਹ ਵੀ ਕੰਮ ਕਰਨਾ ਹੈ, 50-100 ਕੰਮ ਨੇ, ਤਾਂ ਤੁਹਾਡੇ ਸ਼ੋਲਡਰਸ ਦੁਖਣ ਲੱਗ ਜਾਂਦੇ। ਇਟ ਫੀਲਸ ਲਾਈਕ ਯੂ ਆਰ ਕੈਰੀਇੰਗ ਦ weight of the world on your shoulders. I mean, those are literal meanings of really carrying the weight of the world on your shoulders. ਤਾਂ ਤੁਹਾਡੇ ਸ਼ੋਲਡਰਸ ਭਾਰੀ ਹੋ ਜਾਂਦੇ। ਜੇ ਤੁਹਾਨੂੰ ਇੱਕਦਮ ਲੱਗੇ ਕਿ ਪਤਾ ਨਹੀਂ ਕੀ ਹੋ ਜਾਣਾ ਹੈ, ਕੁਝ ਗੜਬੜ ਹੋ ਜਾਏਗੀ, ਤਾਂ ਤੁਹਾਡੇ ਸਟਮਕ 'ਚ ਬਟਰਫਲਾਈਜ਼ ਹੋਣ ਲੱਗ ਜਾਂਦੇ। ਤੁਹਾਨੂੰ ਲੱਗਦਾ ਕਿ ਬਸ ਕੁਝ ਹੋ ਜਾਣਾ ਹੈਗਾ। ਸੋ ਤੁਹਾਡੀ ਬਾਡੀ ਜਿਹੜੀ ਹੈਗੀ ਹੈ ਇਟ ਗਿਵਸ ਯੂ, ਇਟਸ a signal marker. It gives you signals something is not right. It doesn't know what is not right, but it tells you that something is not right. And ਉਸ ਵੇਲੇ sometimes ਆਪਣੀ ਇੱਕਦਮ ਜਿਹੜਾ ਮਾਈਂਡ ਹੈਗਾ ਉਹ ਆਊਟਸਾਈਡ ਪ੍ਰੋਜੈਕਟ ਕਰਦਾ, ਲੈਟ ਮੀ ਸੀ ਕਿ ਬਾਹਰਲੇ ਪਾਸੇ ਕੀ ਠੀਕ ਨਹੀਂ ਹੈਗਾ। ਸੋ ਇਟ ਸਟਾਰਟਸ ਟੂ ਸੀ ਮੈਨੂੰ ਇਸ ਕਰਕੇ ਇੱਦਾਂ ਹੋ ਰਿਹਾ ਬਿਕਾਜ਼ ਅੱਜ ਸਵੇਰੇ ਮੇਰਾ ਬੱਚਾ ਟਾਈਮ 'ਤੇ ਨਹੀਂ ਉੱਠਿਆ ਅਤੇ ਉਹਨੂੰ ਮੈਂ ਸਕੂਲ ਛੱਡਣਾ ਸੀ, ਫਿਰ ਉਹਨੇ ਰੋਟੀ ਵੀ ਨਹੀਂ ਖਾਧੀ, ਫਿਰ ਉਹ ਰੋਟੀ ਲੈ ਕੇ ਵੀ ਨਹੀਂ ਗਿਆ, ਘਰੇ ਹੀ ਭੁੱਲ ਗਿਆ ਆਪਣੀ ਰੋਟੀ। ਮੈਨੂੰ ਉਹਦਾ ਇੰਨਾ ਫਿਕਰ ਹੈ, ਬਸ ਉਹਨੇ ਹੀ ਮੈਨੂੰ, ਹੁਣ ਮੈਂ ਕੰਮ 'ਤੇ ਵੀ ਲੇਟ ਹੋ ਗਿਆ ਤਾਂ ਹੁਣ ਮੇਰਾ ਬੌਸ ਮੈਨੂੰ ਗਾਲਾਂ ਕੱਢ ਰਿਹਾ ਬਿਕਾਜ਼ ਸਾਰਾ ਕੁਝ ਉਹਦਾ ਕਸੂਰ ਹੈ। ਜੇ ਮੇਰਾ ਬੱਚਾ ਛੇਤੀ ਉੱਠ ਜਾਂਦਾ ਮੈਂ ਉਹਨੂੰ ਜਾ ਕੇ ਘਰ ਕਹਿਣਾ ਜੇ ਤੂੰ ਨਾ ਉੱਠਿਆ ਨਾ ਮੈਂ ਤੇਰੇ 2 ਛਿੱਤਰ ਲਾਣੇ। ਸੋ ਵੀ ਟਰਾਈ ਟੂ ਪ੍ਰੋਜੈਕਟ ਇਟ ਆਊਟਵਰਡਸ ਰਾਦਰ ਦੈਨ ਸੇਇੰਗ ਓਕੇ ਇਸ ਵੇਲੇ ਮੈਨੂੰ ਥੋੜੀ ਜਿਹੀ ਘਬਰਾਹਟ ਹੋ ਰਹੀ ਹੈ, ਲੈਟ ਮੀ ਜਸਟ ਬਰੀਥ ਇਨਟੂ ਦਿਸ
ਜਿਹੜੀ ਫੀਲਿੰਗ ਹੈਗੀ ਹੈ ਐਂਗਜ਼ਾਇਟੀ ਦੀ ਜਾਂ ਅਨਈਜ਼ ਦੀ, ਜੇ ਮੈਂ ਇਸ ਫੀਲਿੰਗ ਨੂੰ ਆਣ ਦੇਵਾਂ ਜੀ ਇਹਨੂੰ ਮੈਂ ਇਟਸ ਤੁਹਾਡਾ ਜਦੋਂ ਆਪਾਂ ਨੂੰ ਡਿਸਕੰਫਰਟ ਹੁੰਦੀ ਹੈ, ਦ ਫਸਟ ਰਿਸਪੌਂਸ ਇਜ਼ ਆਈ ਵਾਂਟ ਇਟ ਟੂ ਗੋ ਅਵੇ. ਯਾ Don't push it away. Let it be there. Breathe into it and it will pass. It doesn't take long. Thode jehde neurotransmitters ne ਉਹ settle ਹੋ ਜਾਂਦੇ ਨੇ and the feeling passes. You can take a breath and you can sort of say, okay, I start again. Now let's go where we need to go. But if we carry on and saying, I don't want it to be there, I wanted things to go right, which means again, I am fighting reality. If I fight reality, Yeah. I'm going to lose, but only 100% of the times. ਤੇ ਡਾਕਟਰ ਸਾਧੂ ਹੁਣੇ ਤੁਸੀਂ ਕਿਹਾ ਕਿ ਵੀ ਜੋ ਵੀ ਕਹਿ ਲਓ ਕਿ ਮੈਂ ਕਹੂੰਗੀ ਖਲਾਰਾ ਪੈ ਗਿਆ ਮਨ 'ਚ, ਹਨਾ ਵੀ ਇੰਨੀ ਉਲਝਣ ਕੀ ਸਮਝ ਹੀ ਨਹੀਂ ਆਉਂਦਾ ਕੀ ਹੋਈ ਜਾਂਦਾ, ਕਿਸੇ ਵੇਲੇ ਗੁੱਸਾ ਆਉਣ ਲੱਗ ਜਾਂਦਾ, ਫਰਸਟ੍ਰੇਸ਼ਨ ਹੋਣ ਲੱਗ ਜਾਂਦੀ. ਤੁਸੀਂ ਕਿਹਾ ਕਿ ਤੁਹਾਡੇ ਕੋਲ ਹੈ ਕੰਟਰੋਲ, ਤੁਹਾਡੇ ਮਨ ਦੇ ਕੰਟਰੋਲ ਹੈ. ਕੀ ਕਰੀਏ ਜਦੋਂ ਉਹ ਇਮੋਸ਼ਨਸ ਇੰਨੇ ਹਾਵੀ ਹੋ ਗਏ ਤੇ ਅਸੀਂ ਕੰਟਰੋਲ ਕਿੱਥੋਂ ਲੈ ਕੇ ਆਈਏ? First thing would be to recognize that you have left the present moment. ਜਦੋਂ ਤੁਸੀਂ ਆਪਣੇ ਮਾਈਂਡ ਵਿੱਚ ਗੁੰਮ ਗਏ, ਮਾਈਂਡ ਦੀਆਂ ਗਹਿਰਾਈਆਂ 'ਚ ਗੁੰਮ ਗਏ, ਉਹਦੇ ਤੂਫਾਨ 'ਚ ਤੁਸੀਂ ਫਸ ਗਏ, you're not here in the moment. You are somewhere else. ਉਸ ਵੇਲੇ ਜੇ ਤੁਸੀਂ ਰੀਅਲੀ ਧਿਆਨ ਨਾਲ ਸੋਚੋ, ਜਾਂ ਤਾਂ ਤੁਸੀਂ ਸੋਚ ਰਹੇ ਹੋ ਉਹ ਬੱਚੇ ਨੇ ਕੀ ਕੀਤਾ, you are back in that moment at the house. ਜਾਂ ਜੇ ਤੁਹਾਡੀ ਲੜਾਈ ਹੋਈ ਸੀ ਹਸਬੈਂਡ ਦੇ ਨਾਲ, you instead of being at your office and doing your program, you are now at home seeing that movie in your head ਕਿ ਤੁਹਾਡੇ ਹਸਬੈਂਡ ਨਾਲ ਕੀ ਲੜਾਈ ਹੋਈ ਸੀਗੀ. ਉਹ ਸਾਰੀ ਮੂਵੀ ਪਲੇ ਆਊਟ ਕਰ ਰਹੀ ਹੈ ਤੁਹਾਡੇ ਮਾਈਂਡ ਵਿੱਚ, ਐਂਡ ਮਾਈਂਡ ਫਿਰ ਉੱਥੇ ਇਮੋਸ਼ਨਸ ਜਨਰੇਟ ਕਰ ਰਿਹਾ ਤੁਹਾਡੀ ਬਾਡੀ ਵਿੱਚ. ਮਾਈਂਡ ਦੀ ਜਿਹੜੀ ਉਹ ਬਿਊਟੀ ਹੈਗੀ ਨਾ, ਜਿਹੜੀ ਉਹਦੀ ਹੁਣ ਜਿਹੜੀ ਉਹਦੀ ਕਹਿੰਦੇ ਆਪਾਂ ਬਿਊਟੀ ਐਂਡ ਦ ਬੀਸਟ ਆਫ ਦ ਮਾਈਂਡ ਇਜ਼ ਕਿ ਮਾਈਂਡ ਜਿਹੜਾ ਹੈ ਉਹ ਤੁਹਾਡੀ ਪ੍ਰੈਜ਼ੈਂਟ, ਪਾਸਟ ਐਂਡ ਫਿਊਚਰ ਨੂੰ ਡਿਫਰੈਂਸ਼ੀਏਟ ਨਹੀਂ ਕਰ ਸਕਦਾ. ਸੋ ਜਿਹੜੀ ਵੀ ਚੀਜ਼ ਹੈਗੀ ਹੈ ਉਹ ਬੇਸ਼ੱਕ ਅੱਜ ਤੋਂ 40 ਸਾਲ ਪਹਿਲਾਂ ਹੋਈ ਸੀਗੀ, ਜੇ ਮਾਈਂਡ ਨੇ ਉਹਨੂੰ ਮੂਵੀ 'ਚ ਲੈ ਕੇ ਆਉਣਾ, ਉਹ ਕਲੀਅਰ ਤੁਸੀਂ ਦੇਖ ਸਕਦੇ ਹੋ ਅੱਜ ਵੀ ਕਿ ਉਹ ਉਦੋਂ ਇੱਦਾਂ ਹੋਇਆ ਸੀ, ਤੂੰ ਮੈਨੂੰ ਉਦੋਂ ਆਹਾ ਕਿਹਾ ਸੀ, ਇੱਦਾਂ ਟਰੀਟ ਕੀਤਾ ਸੀ. ਇਟ ਵਿਲ ਬੀ ਕਲੀਅਰ ਐਜ਼ ਟੂਡੇ, ਲਾਈਕ ਇਸ ਵੇਲੇ ਹੋ ਰਿਹਾ ਤੁਹਾਡੇ ਨਾਲ. ਐਂਡ ਦੀ ਅਦਰ ਥਿੰਗ ਇਜ਼ ਦ ਮਾਈਂਡ ਕੈਨ ਨਾਟ ਡਿਫਰੈਂਸ਼ੀਏਟ ਬਿਟਵੀਨ what is real and what is imagined. ਜੇ ਤੁਸੀਂ ਇਮੈਜਿਨ, ਹੁਣ ਆਪਣੀਆਂ ਜਿਹੜਾ ਆਪਾਂ ਕਹਿੰਦੇ ਨਾ history is his story. Okay, ਏਦਾਂ ਹੀ ਆਪਣੀਆਂ stories ਨੇ, and some of those stories may not be correct. Right. Okay, ਆਪਾਂ ਨੇ ਬਣਾ ਲਈ story because ਹੁਣ ਆਪਾਂ ਨੂੰ story ਚਾਹੀਦੀ ਸੀਗੀ, ਮਾਈਂਡ ਨੇ ਵੈਲੀਡੇਸ਼ਨ ਲੱਭਣੀ ਸੀਗੀ, ਏਦਾਂ ਹੀ ਹੋਇਆ ਸੀ, ਮੈਨੂੰ ਪੱਕਾ ਪਤਾ ਏਦਾਂ ਹੀ ਹੋਇਆ ਸੀਗਾ. ਤੇ ਜੇ ਤੁਸੀਂ ਕਿਸੇ ਹੋਰ ਨੂੰ ਪੁੱਛੋ, ਸੇਮ ਤੁਹਾਡੇ ਨਾਲ ਹੀ ਖੜੇ ਸੀਗੇ, ਉਹਨਾਂ ਦੀ story ਤੁਹਾਡੇ ਨਾਲ ਕਾਫੀ ਫਰਕ ਹੋ ਸਕਦੀ ਹੈ. So to recognize ਕਿ ਇਸ ਵੇਲੇ ਮੈਂ ਇਸ ਜਗ੍ਹਾ ਨੂੰ ਛੱਡ ਕੇ ਕਿਤੇ ਹੋਰ ਪਹੁੰਚ ਗਈ ਹਾਂ, ਮੇਰੇ ਮਾਈਂਡ ਵਿੱਚ ਮੈਂ ਮੂਵੀ 'ਚ ਘੁੰਮ ਰਹੀ ਹਾਂ. ਤਾਂ ਉਸ ਵੇਲੇ ਜੇ ਤੁਸੀਂ ਸਾਹ ਲੈਂਦੇ ਹੋ ਤੇ ਆਪਣੇ ਸਾਹ ਵੱਲ ਧਿਆਨ ਕਰਦੇ ਹੋ, ਸਾਹ ਜਿਹੜਾ ਹੈ ਇਸ ਮੂਮੈਂਟ ਦੀ ਚੀਜ਼ ਹੈ. ਸੋ ਯੂ ਬ੍ਰਿੰਗ yourself back to this moment. And the other thing is ਜਦੋਂ ਆਪਾਂ ਸਾਹ ਲੈਂਦੇ ਹਾਂ and for a moment you take your mind away from all that movie that was playing in your head, ਤੁਸੀਂ ਵਾਪਸ ਉਸ ਮੋਮੈਂਟ ਤੇ ਆ ਜਾਂਦੇ ਹੋ. ਉਸ ਵੇਲੇ ਅਸੀਂ ਕਹਿੰਦੇ ਆ either start counting 1 2 3, as you know, put a little bit of cold water on your face and just count 1 to 10, or take 5 deep breaths so that you can come back to the present moment and sort of say, ooh, let me get out of that movie and let me see what is happening. ਇਸ ਵੇਲੇ ਜੇ ਤੁਸੀਂ ਪੁੱਛਿਆ ਜਾਵੇ ਇਸ ਵੇਲੇ ਤੁਹਾਨੂੰ ਕੋਈ ਦੁੱਖ ਹੈ, ਬੰਦਾ ਕਹੇਗਾ ਮੈਨੂੰ ਕੋਈ ਦੁੱਖ ਨਹੀਂ. ਦੁੱਖ ਤਾਂ ਉਹ ਸੀਗਾ ਕਿ ਮੈਨੂੰ ਯਾਦ ਆ ਰਿਹਾ ਸੀਗਾ ਕਿ ਉਹਨੇ ਮੈਨੂੰ ਕਿੱਦਾਂ ਦੁਖੀ ਕੀਤਾ ਸੀ. ਸੋ ਉਹ ਮੂਵੀ ਨੂੰ ਜੇ ਆਪਾਂ ਛੱਡ ਦਈਏ ਤਾਂ ਇਸ ਵੇਲੇ ਜੇ ਆਪਾਂ ਦੇਖੀਏ ਤਾਂ ਆਪਾਂ ਰੀਅਲਾਈਜ਼ ਕਰਾਂਗੇ ਆਪਾਂ ਨੂੰ ਐਕਚੁਅਲੀ ਇਸ ਵੇਲੇ ਕੋਈ ਤਕਲੀਫ ਨਹੀਂ, ਕੋਈ ਦੁੱਖ ਨਹੀਂ. ਐਂਡ ਦੈਨ ਵੀ ਕਮ ਬੈਕ ਟੂ ਦ ਪ੍ਰੈਜ਼ੈਂਟ ਮੋਮੈਂਟ. Now, how the other way I can show you ਕਿ ਪ੍ਰੈਜ਼ੈਂਟ ਮੋਮੈਂਟ ਕਿੱਦਾਂ ਆਉਂਦੀ ਹੈ, ਇਮੈਜਿਨ ਕਰੋ ਕਿ ਕੋਈ ਇਮਰਜੈਂਸੀ ਸਿਚੁਏਸ਼ਨ ਆ ਗਈ, ਤੁਹਾਡੇ ਸਾਹਮਣੇ ਕਿਸੇ ਦਾ ਐਕਸੀਡੈਂਟ ਹੋ ਗਿਆ ਜਾਂ ਤੁਹਾਨੂੰ ਲੱਗਦਾ ਹੈ ਕਿ ਐਕਸੀਡੈਂਟ ਹੋਣਾ ਹੈ. the body will, you won't even imagine ਕਿ ਆਪਾਂ ਕਿਹੋ ਜਿਹੀਆਂ ਚੀਜ਼ਾਂ ਉਸ ਵੇਲੇ ਕਰ ਦਿੰਦੇ ਹਾਂ, because ਉਸ ਵੇਲੇ ਤੁਹਾਡੇ ਮਾਈਂਡ ਨੂੰ ਮੂਵੀ 'ਚ ਜਾਣ ਦਾ ਟਾਈਮ ਨਹੀਂ ਹੈ. You cannot think, you cannot do anything but take action.
you know, ਤੁਸੀਂ ਭੱਜ ਕੇ you can take some real heroic things, you know, ਆਪਾਂ ਨੇ ਸੁਣਿਆ ਕਿ ਮਾਂ ਨੇ ਕਾਰ ਚੱਕ ਦਿੱਤੀ ਜੇ ਬੱਚਾ ਪਿੱਛੇ ਉਹਦੇ ਥੱਲੇ ਆ ਰਿਹਾ ਸੀਗਾ. We can do some amazing things that we sort of say ਕਿ were not even possible because ਉਸ ਵੇਲੇ ਆਪਾਂ ਸਿਰਫ ਉਸ moment ਤੇ ਸੀਗੇ. So in emergency situations, the mind cannot be hijacked. We cannot go into so bringing yourself back in your normal everyday life, ਜਦੋਂ ਤੁਹਾਨੂੰ ਲੱਗਦਾ ਕਿ ਤੁਹਾਡੀ body hijack ਹੋ ਗਈ. So the body is giving you a signal, I'm getting hijacked by your mind. Come back, come back. So you have to recognize those signals. ਤੇ ਤੁਸੀਂ ਉਹ recognize ਕਿੱਦਾਂ ਕਰਨੇ ਨੇ ਤੇ ਤੁਸੀਂ ਆਪਣੀਆਂ ਜਿਹੜੀਆਂ ਹੈਗੀਆਂ thoughts ਨੂੰ ਕਿੱਦਾਂ recognize ਕਰਨਾ ਹੈ, ਉਹਨਾਂ ਦੀਆਂ layers ਕਿੱਦਾਂ peel ਕਰਨੀਆਂ, ਉਹਨਾਂ ਦੀ ਜਿਹੜੀ untruth ਹੈਗਾ, ਉਹਨਾਂ ਦੀਆਂ ਜਿਹੜੀਆਂ lies ਨੇ ਉਹਨਾਂ ਨੂੰ ਤੁਸੀਂ ਕਿੱਦਾਂ surface ਤੇ ਲੈ ਕੇ ਆਉਣਾ so that you can see the beauty in your own life, the joy in your own life, the joy of just being alive, you know. ਇਹੀ ਆਪਣੇ ਆਪ ਦੇ ਵਿੱਚ ਬੜੀ ਖੂਬਸੂਰਤ ਨਿਆਮਤ ਹੈ ਕਿ ਤੁਹਾਨੂੰ ਸਾਹ ਆ ਰਿਹਾ ਹੈ. Yeah, every morning I wake up every morning I sort of say, thank God I'm alive today. You know? I don't know how many people died before me this night. So the fact that I woke up is just a miracle. It's a gift, and if I don't make use of that gift today, and I don't say thank you God, and I don't go out and make myself happy and make others around me happy, then I am doing a disservice. Dr. Sandhu, why don't we realize that we take these things ਜਿਹੜੀਆਂ ਕਿ ਮਿਲੀਆਂ ਹੋਈਆਂ for granted? Absolutely. I mean, ਇਸੇ ਕਰਕੇ ਤੁਸੀਂ imagine ਕਰੋ ਆਪਣੀਆਂ ਲੜਾਈਆਂ ਘਰਾਂ 'ਚ ਹੀ ਹੁੰਦੀਆਂ ਨੇ. We fight with our closest, the nearest, the dearest. ਜਿਹਨਾਂ ਅਸੀਂ ਕਹਿੰਦੇ ਕਿ ਇਹਨਾਂ ਨੂੰ ਆਪਾਂ ਨੂੰ ਸਭ ਤੋਂ ਜ਼ਿਆਦਾ ਪਿਆਰ ਕਰਨਾ ਚਾਹੀਦਾ. ਆਪਾਂ ਆਪਣੇ ਮਾਂ ਪਿਓ ਨਾਲ ਲੜਾਈ ਕਰਦੇ ਹਾਂ, ਆਪਾਂ ਆਪਣੇ ਬੱਚਿਆਂ ਨਾਲ ਲੜਾਈ ਕਰਦੇ ਹਾਂ, ਹਸਬੈਂਡ ਨਾਲ, ਭੈਣਾਂ ਨਾਲ, ਭਰਾਵਾਂ ਨਾਲ, ਪਰ ਆਪਣੇ ਦੋਸਤਾਂ ਨਾਲ ਬਹੁਤ ਵਧੀਆ, ਆਪਣੇ ਜਿਹੜੇ ਕੰਮ ਕਰਨ ਵਾਲੇ ਉਹਨਾਂ ਨਾਲ ਬਹੁਤ ਵਧੀਆ ਹੈਗੇ ਆ, ਚੰਗੇ ਬਣ ਜਾਂਦੇ ਆ. So you know, we do take things for granted. Not only that, we want them to be a certain way. Because that's ਉੱਥੇ ਆਉਂਦੀ ਹੈ ego. You know, ego is the biggest culprit of everything. ਮੈਂ ਇਹਦੇ ਚੋਂ ਇੱਕ ਚੀਜ਼ ਲੱਭਣੀ ਸੀਗੀ. I'm just gonna find that. ਆਪਾਂ ਕਹਿੰਦੇ ਆ our body also never forgets. Will never forget. ਉਹਨੂੰ ਜਿਹੜੇ ਦੁੱਖ ਲੱਗੇ ਨੇ ਉਹਦੇ ਵਿੱਚ ਰਹਿਣਗੇ. And that's how the body keeps on reminding you because of signals in it. That's why I was saying those are the red flags. So your mind also, it makes stories and it also does not forget any stories. And the ego ਜਿਹੜੀ ਹੈਗੀ ਹੈ, it is the fuel to the fire. ਜਦੋਂ ਆਪਾਂ ਨੇ ਵਿੱਚ ਇੱਕ ਵਾਰੀ ego ਲੈ ਆਂਦੀ, ਇਹਨੇ ਤੁਹਾਡੀਆਂ ਸਟੋਰੀਜ਼ ਨੂੰ ਹੋਰ ਵੀ ਵੱਡਾ ਕਰਨਾ, ਇਹਨੇ ਤੁਹਾਡੀਆਂ ਮਾਈਂਡ ਦੀਆਂ ਜਿਹੜੀਆਂ ਦੁਖਾਈਆਂ ਨੇ ਉਹਨਾਂ ਨੂੰ ਹੋਰ ਵੀ ਵੱਡਾ ਕਰਨਾ. And it is the ego. ਮੈਂ ਜਿਹਨੂੰ ਆਪਾਂ ਹੋਂਬੇ ਕਹਿੰਦੇ ਆ, ਮੈਂ ਮੇਰਾ ਹਸਬੈਂਡ, ਮੇਰਾ ਬੱਚਾ, ਮੇਰੀ ਮਾਂ, ਮੇਰਾ ਪਿਓ, ਮੇਰੀ ਭੈਣ, ਮੇਰਾ ਭਰਾ, ਇਹ ਇਦਾਂ ਦੇ ਕਿਉਂ ਨਹੀਂ ਹੈਗੇ. We want them to be somebody so that I can be happy. It's all about me at the end of the day. It's not about them. I'm not doing it for them. ਜੇ ਮੇਰਾ ਬੱਚਾ behave ਕਰੇ, ਸੋਹਣੇ ਮਾਰਕਸ ਲਵੇ, ਚੰਗੀ ਉਹਦੀ ਪੋਜੀਸ਼ਨ ਬਣ ਜਾਵੇ, ਚੰਗੀ ਨੌਕਰੀ ਕਰਦਾ, I look good as a good mother. ਉਹ ਅਸੀਂ ਆਪਣੀ ਖੁਸ਼ੀ ਲਈ ਕਰ ਰਹੇ ਹਾਂ. ਉਹਦੇ ਵਾਸਤੇ ਉਹ ਤਾਂ ਠੀਕ ਹੈ, ਪਰ ਦੇਖੋ ਮੈਂ ਕਿੰਨੀ ਚੰਗੀ ਮਾਂ, ਦੇਖੋ ਮੈਂ ਬੱਚੇ ਨੂੰ ਏਦਾਂ ਕੀਤਾ ਹੈਗਾ. It's all about me at the end of the day. Yes, it's my ego. ਇਹ ਸੈਲਫ ਰਿਫਲੈਕਸ਼ਨ ਵੀ ਬੜੀ ਜ਼ਰੂਰੀ ਹੁੰਦੀ ਹੈ. ਕਈ ਵਾਰੀ ਸਿਆਣੇ ਕਹਿੰਦੇ ਕਿ ਦੁੱਖ ਹੈ, ਤਕਲੀਫ ਹੈ, ਉਹਦੇ 'ਚ ਇਹ ਵੀ ਦੇਖੋ ਕਿ ਉਹਦੇ 'ਚ ਸਾਡਾ ਆਪਣਾ ਰੋਲ ਕੀ ਹੈ, ਅਸੀਂ ਕੀ ਕਰ ਰਹੇ ਹਾਂ. ਇਸੇ ਹੀ ਕਰਕੇ ਅੱਜ ਡਾਕਟਰ ਸੰਧੂ ਦੇ ਨਾਲ ਜਿਹੜੀ ਗੱਲਬਾਤ ਹੋ ਰਹੀ ਹੈ ਨਾ, ਉਹ ਕਹਿੰਦੇ ਕਿ ਸੈਲਫ ਇਨਕੁਆਇਰੀ ਦੇ ਬਾਰੇ ਬੜਾ ਇੰਪੋਰਟੈਂਟ ਹੈ ਸਮਝ ਲੈਣਾ. ਹੁਣ ਇਹ ਵੀ ਸਾਨੂੰ ਸਮਝਾਓ ਕਿ ਕੀ ਹੈ. Okay, so self-inquiry is sort of compassionately looking at yourself. Compassion is very, very important. Compassion is, I want to walk with you as your friend. I feel your pain. I may not understand it, but I'm here with you. So, oh, compassion apne aap nu te apne man nu dinne a, rather than being, mainu eda nahi hona chahida siga, I should get out of this thing. So just be kind. That's the first thing. Just be kind and compassionate towards yourself. Give yourself a little bit of love, and then sort of say कि जो अंदर हैगा, let it come out.
It's okay for it to come out. So that is called compassionate inquiry. That was one of the courses with Dr. Gabor Mate that I trained with. So self inquiry as well as jehdi main facilitation dena chahni apne patients no, clients no, not really patients, as a volunteer basis. I mean, so they won't be my patients. It wouldn't be a doctor patient relationship. It will be more of a facilitator or a friend relationship, or a coach you can call. ਉਹਦੇ ਚ ਅਸੀਂ ਸਿਰਫ 4 questions ਪੁੱਛਾਂਗੇ. So the first job would be for the person to write down ਕਿ ਉਹਨੂੰ ਕਿਸ ਚੀਜ਼ ਦਾ ਦੁੱਖ ਹੈ. You know, putting your thoughts on paper is very important. ਕਿਉਂਕਿ ਕਿੰਨੀ ਵਾਰੀ ਆਪਾਂ ਲੱਗਦਾ ਕਿ ਮੈਂ ਮਨ ਚ ਕਰ ਲੂੰ, ਪਰ ਮਨ ਨੇ ਤਾਂ ਤੁਹਾਨੂੰ ਕਿਸੇ ਹੋਰ ਪਾਸੇ ਲੈ ਹੀ ਜਾਣਾ. ਉਹਨੇ ਇਹਦੀ ਗੱਲ ਹਾਂ ਮੈਨੂੰ ਸਮਝ ਪੈ ਗਈ, ਮੈਂ ਕਰ ਲੂੰ ਨਹੀਂ ਗੱਲ ਬਣੇਗੀ. So you have to write it down on a piece of paper ਕਿ ਮੈਨੂੰ ਇਸ ਬੰਦੇ ਨਾਲ ਆ ਦੁੱਖ ਹੈ, ਤਕਲੀਫ ਹੈ, ਬੰਦਾ ਇਹੋ ਜਿਹਾ. And sometimes we say, you know, in this case, be very judgmental, be very petty. ਉਹ ਬੰਦਾ ਤਾਂ ਮੈਨੂੰ ਇੰਨਾ ਦੁੱਖ ਦਿੰਦਾ, ਮੈਨੂੰ ਚਾਹੀਦਾ ਕਿ ਉਹ ਮਰ ਹੀ ਜਾਵੇ ਜਾਂ ਮੇਰੀ ਦੁਨੀਆ ਚੋਂ ਨਿਕਲ ਹੀ ਜਾਵੇ. Be petty, because ਜੇ ਤੁਸੀਂ ਦਿਲ 'ਚ ਉਹ ਸੋਚ ਰਹੇ ਹੋ ਉਹਦੇ ਬਾਰੇ, put it on paper. Don't be shy, don't be afraid, don't judge yourself. Judge this person or judge whoever you want to judge. ਫਿਰ ਉਸ ਤੋਂ ਬਾਅਦ ਜਿਹੜੀਆਂ questions ਨੇ, they are very, very simple. ਜਦੋਂ ਆਪਾਂ ਕਹਿੰਦੇ ਆ, ਫੋਰ ਐਗਜ਼ਾਮਪਲ, ਵੀ ਕੈਨ ਜਸਟ ਟੇਕ ਅ ਸਿੰਪਲ ਐਗਜ਼ਾਮਪਲ, ਯੂ ਨੋ, ਕਾਮਨ ਮਾਂ ਬੱਚਿਆਂ ਦੀ, ਔਰ ਬੱਚੇ ਜੀ ਮੇਰੀ ਰਿਸਪੈਕਟ ਨਹੀਂ ਕਰਦੇ. ਓਕੇ, ਨਾਓ ਆਈ ਵੁੱਡ ਲਾਈਕ ਯੂ ਟੂ ਸ਼ੋ ਮੀ ਕਦੋਂ ਹੋਇਆ ਸੀ, ਕੀ ਹੋਇਆ ਸੀ ਜਦੋਂ ਬੱਚੇ ਨੇ ਰਿਸਪੈਕਟ ਨਹੀਂ ਕੀਤੀ ਸੀਗੀ. ਯੂ ਮੇ ਸੇ ਕਿ ਮੈਂ ਉਹਨੂੰ ਕਿਹਾ ਸੀਗਾ ਕਿ ਅੱਜ ਤੇਰੇ ਦੋਸਤ ਦੇ ਘਰ ਨਹੀਂ ਜਾਣਾ, ਬਿਕੋਜ਼ ਸਾਨੂੰ ਨਹੀਂ ਚਾਹੀਦਾ ਕਿ ਜੀ ਕੁੜੀਆਂ ਰਾਤ ਨੂੰ 8 ਵਜੇ ਤੋਂ ਬਾਅਦ ਘਰ 'ਚੋਂ ਬਾਹਰ ਹੋਣ, ਅਤੇ ਤੂੰ ਨਾ 8 ਵਜੇ ਆ ਜਾਣਾ. ਤਾਂ ਮੇਰੀ ਕੁੜੀ ਤਾਂ ਜੀ 10 ਵਜੇ ਘਰ ਆਈ. ਦੇਖੋ, ਮੇਰੀ ਤਾਂ ਉਹ ਗੱਲ ਹੀ ਨਹੀਂ ਸੁਣਦੀ. ਮੈਨੂੰ ਆ ਕੇ ਕਹਿੰਦੇ ਮੇਰੀਆਂ ਸਾਰੀਆਂ ਸਹੇਲੀਆਂ ਇੰਨੇ ਵਜੇ ਗਈਆਂ ਅਤੇ ਤੁਸੀਂ ਮਾਮਾ ਉਹੀ ਮੇਰੇ ਨਾਲ ਗੁੱਸੇ ਹੋਈ ਜਾਂਦੇ ਹੋ. ਬਿਲਕੁਲ ਨਹੀਂ ਰਿਸਪੈਕਟ ਕਰਦੀ. ਸੋ ਕੁੜੀ 10 ਵਜੇ ਘਰ ਆਈ, ਤੁਸੀਂ ਉਹਨੂੰ ਦਰਵਾਜ਼ਾ ਖੋਲ੍ਹਿਆ ਅਤੇ ਤੁਸੀਂ ਕਿਹਾ ਕਿ ਬਸ ਇਹ ਕੁੜੀ ਮੇਰੀ ਰਿਸਪੈਕਟ ਨਹੀਂ ਕਰਦੀ. ਓਕੇ, ਦੈਟ ਇਜ਼ ਐਨ ਇੰਟਰਪ੍ਰੀਟੇਸ਼ਨ. ਕੁੜੀ ਨੇ ਨਹੀਂ ਕਿਹਾ ਮੈਂ ਤੁਹਾਡੀ ਰਿਸਪੈਕਟ ਨਹੀਂ ਕਰਦੀ. ਕੁੜੀ ਉਸ ਵੇਲੇ 10 ਵਜੇ ਪਹੁੰਚੀ ਹੈ ਘਰ, ਠੀਕ ਠਾਕ ਪਹੁੰਚ ਗਈ ਹੈ, ਪਰ ਤੁਸੀਂ ਉਹਨੂੰ ਇੰਟਰਪ੍ਰੀਟ ਕੀਤਾ ਉਹ ਮੇਰੀ ਰਿਸਪੈਕਟ ਨਹੀਂ ਕਰਦੀ. ਸੋ ਦ ਕੁਐਸਚਨ ਇਜ਼ ਦੈਟ ਥਾਟ ਟਰੂ? ਇਜ਼ ਇਟ ਰੀਅਲੀ ਟਰੂ? ਉਹਨੂੰ ਤੁਸੀਂ ਅੰਦਰੋਂ ਪੁੱਛਣਾ ਹੈ, ਇਜ਼ ਇਟ ਟਰੂ ਕਿ ਕੁੜੀ ਮੇਰੀ ਰਿਸਪੈਕਟ ਨਹੀਂ ਕਰਦੀ? ਇਟ ਕੁਡ ਬੀ ਯੈਸ, ਮੇਰੀ ਰਿਸਪੈਕਟ ਨਹੀਂ ਕਰਦੀ, ਮੈਨੂੰ ਦਿਸਦਾ ਹੈ, ਉਹਨੇ ਪਹਿਲਾਂ ਵੀ ਇੱਦਾਂ ਕੀਤਾ ਹੈਗਾ, ਤੁਹਾਡੇ ਕੋਲ ਬਹੁਤ ਸਾਰੇ ਇਮੇਜਿਸ ਆਉਣਗੇ, ਨੋ ਪ੍ਰੋਬਲਮ. ਤੁਹਾਨੂੰ ਪੱਕਾ ਪਤਾ ਹੈ ਕਿ ਤੁਹਾਡੀ 100% ਤੁਸੀਂ ਜਾਣਦੇ ਹੋ ਕਿ ਇਹ ਗੱਲ ਸੱਚ ਹੈ ਕਿ ਤੁਹਾਡੀ ਕੁੜੀ ਰਿਸਪੈਕਟ ਨਹੀਂ ਕਰਦੀ? ਕਦੀ ਇੱਦਾਂ ਹੋਇਆ ਕਿ ਉਹਨੇ ਐਕਚੁਅਲੀ ਤੁਹਾਨੂੰ ਰਿਸਪੈਕਟ ਦਿਖਾਈ ਹੈ? ਯੂ ਨੋ, ਜੇ ਤੁਸੀਂ ਰੀਅਲੀ ਡੀਪਲੀ ਸੋਚੋ, ਆ ਜਿਹੜਾ ਹੈਗਾ ਆ ਤਾਂ ਮੀਨਿੰਗ ਤੁਹਾਡੇ ਮਾਈਂਡ ਨੇ ਉਸ ਸਿਚੁਏਸ਼ਨ ਨੂੰ ਦਿੱਤਾ ਹੈ. ਦਿਸ ਇਜ਼ ਨਾਟ ਅਬਾਊਟ ਰਿਸਪੈਕਟ, ਬਟ ਯੂ ਹੈਵ ਡਿਸਾਈਡਡ ਦਿਸ ਇਜ਼ ਅਬਾਊਟ ਰਿਸਪੈਕਟ. The young girl has not said, I don't respect you. So, oh, sochna, and sometimes when you sit with it, you really actually say, I'm making a mountain out of a molehill. It actually is not about being disrespectful. ਉਹ ਤਾਂ ਵਿਚਾਰੀ ਆਪਣੇ ਫਰੈਂਡਸ ਦੇ ਨਾਲ ਟਾਈਮ ਬਿਤਾਉਣਾ ਚਾਹੁੰਦੀ ਸੀਗੀ, ਤੇ ਉਹਦਾ ਮਾਹੌਲ ਫਰਕ ਹੈਗਾ, ਉਹ ਜਿਹੜੀ ਦੁਨੀਆ 'ਚ ਰਹਿ ਰਹੀ ਉਹ ਫਰਕ ਹੈਗਾ. Maybe I can understand that. Maybe you can, maybe you can't. The next question would be ਕਿ ਜਦੋਂ ਤੁਸੀਂ ਉਹ ਬਿਲੀਵ ਕਰਦੇ ਹੋ ਕਿ ਕੁੜੀ ਮੇਰੀ ਰਿਸਪੈਕਟ ਨਹੀਂ ਕਰਦੀ, ਤੁਸੀਂ ਉਹਦੇ ਵਾਸਤੇ ਦਰਵਾਜ਼ਾ ਖੋਲ੍ਹਿਆ, ਤੁਸੀਂ ਰਾਤ ਨੂੰ ਬੈਠੇ ਹੋ, ਜਾਗ ਰਹੇ ਹੋ, ਤੁਸੀਂ 9 ਵਜੇ ਸੌਣਾ ਸੀ, ਪਰ ਤੁਸੀਂ ਜਾਗ ਰਹੇ ਹੋ ਕਿ ਜਦ ਤੱਕ ਨਹੀਂ ਆਉਂਦੀ ਮੈਂ ਵੀ ਨਹੀਂ ਸੌਣਾ. ਤੁਹਾਡੇ ਦਿਮਾਗ 'ਚ ਚੀਜ਼ਾਂ ਆ ਰਹੀਆਂ ਨੇ, ਹੁਣ ਉਹ ਪਤਾ ਨਹੀਂ ਕੀ ਕਰ ਰਹੀ ਹੈ, ਉਹ ਮੁੰਡਿਆਂ ਨਾਲ ਹੋਏਗੀ, ਉੱਥੇ ਪਤਾ ਨਹੀਂ ਸ਼ਰਾਬ ਪੀਂਦੇ ਹੋਣਗੇ, ਕਿੰਨੀਆਂ ਗੱਲਾਂ ਤੁਹਾਡੇ ਦਿਮਾਗ 'ਚ ਆਈਆਂ. ਤੁਸੀਂ ਉਹ ਦਰਵਾਜ਼ਾ ਖੋਲ੍ਹਿਆ. Who are you in her presence believing ਕਿ ਉਹ ਕੁੜੀ ਮੇਰੀ ਰਿਸਪੈਕਟ ਨਹੀਂ ਕਰਦੀ? You will be this angry person. You will be this person ਜਿਹੜਾ ਕਹਿੰਦਾ ਕਿ ਆ ਗਈ ਹੁਣ ਘਰ, ਹੈ ਮੇਰੀ ਗੱਲ ਨਹੀਂ ਸੁਣਦੀ. How do you show up when you believe that thought? You are reactive. ਜੇ ਤੁਸੀਂ, so you go through that, you go through all of the images of the past, of the future. You're also thinking, ਬਸ ਮੇਰੀ ਕੁੜੀ ਨੇ ਵਿਗੜ ਜਾਣਾ, ਐਨੇ ਕਦੀ ਸਿੱਧੀ ਨਹੀਂ ਹੋਣਾ, ਬਸ ਇਹਨੂੰ ਤਾਂ ਇਹਦਾ ਪਤਾ ਨਹੀਂ, ਇਹਨੇ ਸਾਡਾ ਨੱਕ ਕਟਾ ਦੇਣਾ, ਪਤਾ ਨਹੀਂ ਕਿੱਥੇ ਕਿੱਥੇ ਤੁਹਾਡੇ ਦਿਮਾਗ ਜਾਣਗੇ. Then the next question is, who would you be if for a moment ਤੁਸੀਂ ਸੋਚੋ ਕਿ ਤੁਸੀਂ ਉਹ ਸੋਚ ਹੀ ਨਹੀਂ ਸਕਦੇ ਕਿ ਮੇਰੀ ਕੁੜੀ disrespectful ਹੈ, ਤੇ ਉਹ ਕੁੜੀ ਆਈ ਹੈ ਘਰ, ਤੇ ਉਹ 10 ਵਜੇ ਆਈ ਹੈ, ਤੇ ਉਹ ਕਹਿੰਦੀ ਮਾਮਾ I'm really sorry, ਪਰ you know ਮੇਰੇ ਫਰੈਂਡ ਸਾਰੇ ਉੱਥੇ ਸੀਗੇ, I couldn't come. Who would you be without the thought that she's disrespectful? You would be a very different person. You may say, beta, it's okay, but you know ਮੈਨੂੰ ਬਹੁਤ ਫਿਕਰ ਹੋ ਜਾਂਦਾ,
Yeah. you would come across as a very kind, loving mother. The interaction would be totally different, and thodi kudi da response to both of those situations, which na ke kudi ne kitiyaan ne, na ਉਹਨੇ ਸੋਚੀਆਂ ਨੇ, to both of those situations would be totally different. Yeah. If you fight with her when she enters, she's going to say, my mom never understands me. She never lets me go out. She will never change, and I'm never going to ask her. I'm never going to let her know next time. I will rebel next time. I will rebel, as opposed to if you say, she respects me. It's not about respect. You will come across different. Your world, and that's how we say you project. You are the projector of your world. Whatever you think actually happens, you make it happen without realizing that you're making it happen. If you worry that your daughter's going to be a bad person and you come across, you sort of, main nu sida kar dena, main nu karoni baar jana, your daughter will be a bad person. Not because she wants to be, but now you've created this daughter who has no choice but to do that. ਵੰਡਰਫੁਲ। ਇਹ ਇੰਟਰੈਕਸ਼ਨ ਬਹੁਤ ਹੀ ਅੱਜ ਕਮਾਲ ਦੀ ਰਹੀ ਹੈ ਡਾਕਟਰ ਸੰਧੂ। ਬਹੁਤ ਸਾਰੇ ਨੇ ਸਾਡੇ ਸੁਣਨ ਵਾਲਿਆਂ ਚੋਂ ਜਿਨ੍ਹਾਂ ਨੂੰ ਕੁਝ ਚੈਲੰਜਸ ਜਿਹੜੇ ਆ ਉਹਨਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੋ ਸਕਦਾ ਹੈ, ਬਾਈ ਯੂ ਬੀਇੰਗ ਦ ਫੈਸਿਲਿਟੇਟਰ ਤੁਹਾਨੂੰ ਕੰਟੈਕਟ ਕੀਤਾ ਜਾ ਸਕਦਾ? Absolutely. ਤੁਸੀਂ ਉਹਨਾਂ ਨੂੰ ਮੇਰਾ ਫੋਨ ਨੰਬਰ ਦੇ ਸਕਦੇ ਹੋ। ਫੋਨ ਸਪੈਸ਼ਲੀ ਡੈਜ਼ਿਗਨੇਟਿਡ ਹੈਗਾ। They can call me on this number. Not call me, sorry. They will have to leave a message, text message, voice message, WhatsApp ਤੇ ਜਾਂ text messaging ਤੇ, and I will contact them and I will make sure ਕਿ ਅਸੀਂ ਉਹੋ ਜਿਹਾ ਇੱਕ ਟਾਈਮ ਦੋਨੋਂ ਸਹਿਮਤ ਕਰੀਏ ਕਿ ਜਿੱਥੇ ਅਸੀਂ ਮਿਲ ਸਕੀਏ। I will meet with anybody who wants to meet with me virtually over the phone via WhatsApp video chat. ਘੰਟੇ ਦੀ ਮੈਂ facilitation ਕਰੂੰਗੀ, and we will do this facilitation as long as somebody needs me for, until ਕਿ ਉਹ ਕਹਿਣ ਕਿ ਹਾਂ ਮੈਨੂੰ ਸਮਝ ਪੈ ਗਿਆ, ਮੇਰੀ ਜਿਹੜੀ ਪ੍ਰੋਬਲਮ ਹੈ ਹੱਲ ਹੋ ਗਈ, thank you very much, and I've learned what to do. It's almost like, I won't take you to the water to help you drink the water. I'll teach you how to get there so that you can drink the water yourself. Thank you so much, Dr. Sandhu. I really appreciate it. Thank you, Gurpreet, ਮੈਂ ਦੱਸਦਿਆਂ 8254388472 ਤੇ ਸੰਪਰਕ ਕੀਤਾ ਜਾ ਸਕਦਾ। 825 438 8472 ਤੇ ਤੁਸੀਂ ਡਾਕਟਰ ਪਰਮਿੰਦਰ ਸੰਧੂ ਹੁਣਾਂ ਨਾਲ ਗੱਲਬਾਤ ਕਰ ਸਕਦੇ ਹੋ। ਸੋ ਇਸ ਸੁਨੇਹੇ ਦੇ ਨਾਲ ਅੱਜ ਦਾ ਪ੍ਰੋਗਰਾਮ ਰੋਸ਼ਨੀ ਇੱਥੇ ਖਤਮ ਕਰਨ ਦੀ ਇਜਾਜ਼ਤ ਚਾਹੁੰਦੀ ਹਾਂ।